प्यारे विद्यार्थियों सत श्री अकाल। स्वागत है तुहाडा मेरे यूट्यूब चैनल शिवराज ढिल्लों दे विच। चैनल नूं सबसक्राइब करो अते नाल ही वीडियो नूं लाइक अते शेयर जरूर करना है। अज असीं पढ़न जा रहे हाँ संसदी प्रणाली दा नमूना। भारत दे विच संसदी प्रणाली अपनाई गई है। तो जिहड़ी तुसीं सब तो पहला मैं तुहानूं एक जानकारी दे देवां कि जिहड़ी तुसीं उपर तस्वीर देख रहे हो ये भारतीय संसद दी है तो तुसीं बहुते विद्यार्थी इस तो जाणू होवोगे। तो जिहड़ी थल्ले वाली तस्वीर है ये भी भारतीय संसद दी है। तो फिर दोनों तस्वीरों के फर्क क्यों है? फर्क ये है कि जिहड़ी उपर वाली तस्वीर है वो इस समय जिहड़ी संसद साडी होंद दे विच बिल्डिंग चल रही है ओहदी तस्वीर है। इहदे विच जिहड़ी थल्ले वाली तस्वीर है वो नवीं जिहड़ी प्रपोज्ड जिहड़ी संसद बिल्डिंग है पार्लीमेंट बिल्डिंग है ओहदी तस्वीर है। सो हुण जिहड़ी हैगी है बड़े थोड़े समय दे विच जून 2022 दे विच जिहड़ी मुकम्मल हो जाएगी पार्लीमेंट दी नवीं बिल्डिंग तो उहदे विच ही काम काज जिहड़ा चलदा रहेगा। जिहड़ी पुरानी तस्वीर जिहड़ी तुसीं देख रहे हो संसद दी जां हुण तक तुसीं देखदे रहे हो ਉਹ 1921 ਦੇ ਵਿੱਚ ਬਣਨੀ ਸਟਾਰਟ ਹੋਈ ਸੀ ਜਦੋਂ ਭਾਰਤ ਬਰਤਾਨੀਆ ਦਾ ਗੁਲਾਮ ਸੀ ਅਤੇ 1927 ਦੇ ਵਿੱਚ ਇਹ ਬਣ ਕੇ ਤਿਆਰ ਹੋਈ ਸੀ। ਔਰ ਜਿਹੜੀ ਇਹ ਸੰਸਦ ਮਾਰਗ ਦੇ ਉੱਤੇ ਸਥਿਤ ਹੈ ਨਵੀਂ ਦਿੱਲੀ ਦੇ ਵਿੱਚ। ਔਰ 2010 ਦੇ ਵਿੱਚ ਫਿਰ ਨਵੀਂ ਬਿਲਡਿੰਗ ਨੂੰ ਬਣਾਉਣ ਦਾ ਪ੍ਰਪੋਜ਼ਲ ਆਇਆ ਸੀ ਜੋ ਜੂਨ 2022 ਦੇ ਵਿੱਚ ਮੁਕੰਮਲ ਹੋ ਜਾਏਗਾ ਲਗਭਗ। ਕਿਉਂਕਿ ਜਿਹੜੀ ਹੁਣ ਇਸ ਟਾਈਮ ਜਿਹੜੀ ਸੰਸਦ ਦੀ ਬਿਲਡਿੰਗ ਹੈ ਉਹਦੇ ਵਿੱਚ ਜਿਹੜੀ ਸਿਟਿੰਗ ਕੈਪੈਸਿਟੀ ਹੈ ਮੈਂਬਰਾਂ ਦੀ ਉਹ ਘੱਟ ਹੈ ਤੇ ਭਾਰਤ ਸਰਕਾਰ ਇਸ ਨੂੰ ਵਧਾਉਣਾ ਚਾਹੁੰਦੀ ਹੈ। ਸੰਸਦ ਦੇ ਮੈਂਬਰਾਂ ਨੂੰ ਜਿਹੜਾ ਹੈਗਾ ਵਧਾਉਣ ਜਾ ਰਹੇ ਗਿਣਤੀ ਵਧਾਉਣ ਜਾ ਰਿਹਾ ਜਿਵੇਂ ਜਿਵੇਂ ਸਾਡੀ ਆਬਾਦੀ ਵੱਧ ਰਹੀ ਹੈ। ਤੇ ਜਿਹੜੀ ਨਵੀਂ ਇਮਾਰਤ ਹੈ ਉਹ ਲਗਭਗ 1350 ਮੈਂਬਰਾਂ ਦੀ ਸਮਰੱਥਾ ਵਾਲੀ ਹੈ। ਸੋ ਜੇਕਰ ਹੁਣ ਮੈਂਬਰ ਵਧਾਏ ਜਾਂਦੇ ਆ ਤਾਂ ਉਹਦੇ ਲਈ ਨਵੀਂ ਬਿਲਡਿੰਗ ਦਾ ਬਣਾਉਣਾ ਬਹੁਤ ਜ਼ਰੂਰੀ ਸੀ। ਤੇ ਜਿਹੜੀ ਪੁਰਾਣੀ ਬਿਲਡਿੰਗ ਹੈ ਉਹਨੂੰ ਮਿਊਜ਼ੀਅਮ ਦੇ ਤੌਰ ਤੇ ਰੱਖਣ ਦਾ ਪ੍ਰਪੋਜ਼ਲ ਹੈਗਾ। ਸੋ ਇਹ ਤਾਂ ਸੀ ਛੋਟੀ ਜਿਹੀ ਜਾਣਕਾਰੀ ਜਿਹੜੀ ਤੁਹਾਨੂੰ ਦੇਣੀ ਬਹੁਤ ਹੀ ਜ਼ਰੂਰੀ ਸੀ ਜਾਂ ਜੋ ਤਬਦੀਲੀ ਜਿਹੜੀ ਪਾਰਲੀਮੈਂਟ ਦੀ ਸੀਟ ਦੇ ਵਿੱਚ ਆ ਰਹੀ ਹੈ। ਇਸ ਤੋਂ ਬਾਅਦ ਅਸੀਂ ਇਸ ਪਾਠ ਨੂੰ ਪੜ੍ਹਦੇ ਹਾਂ ਤਾਂ ਸਰਕਾਰ ਦੇ 3 ਅੰਗ ਹੁੰਦੇ ਆ ਕੁੱਲ: ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ। ਪਰ ਅਸੀਂ ਗੱਲ ਕਰਦੇ ਹਾਂ 2 ਅੰਗਾਂ ਦੀ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ। ਤਾਂ ਜਿਹੜਾ ਸਰਕਾਰ ਦੇ ਜਿਹੜੇ 2 ਰੂਪ ਹੈ ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ ਉਹ ਇਹਨਾਂ 2 ਅੰਗਾਂ ਦੇ ਸੰਬੰਧਾਂ ਦੇ ਆਧਾਰ 'ਤੇ ਡਿਫਾਈਨ ਕੀਤਾ ਜਾਂਦਾ ਹੈ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ 'ਚ ਕਿਹੋ ਜਿਹੇ ਸੰਬੰਧ ਹੈ ਉਹਨਾਂ ਸੰਬੰਧਾਂ ਦੇ ਆਧਾਰ 'ਤੇ ਅਸੀਂ ਜਿਹੜਾ ਹੈਗਾ ਅੰਤਰ ਕਰਦੇ ਹਾਂ ਕਿ ਇਹ ਸੰਸਦੀ ਸਰਕਾਰ ਹੈ ਜਾਂ ਪ੍ਰਧਾਨਗੀ ਸਰਕਾਰ ਹੈ। ਜੇਕਰ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ 'ਚ ਨੇੜੇ ਦਾ ਸੰਬੰਧ ਹੈ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਜਿਹੜੇ ਕਾਰਜਪਾਲਿਕਾ ਦੇ ਮੈਂਬਰ ਆ ਵਿਧਾਨਪਾਲਿਕਾ ਦੇ ਵਿੱਚੋਂ ਹੀ ਚੁਣੇ ਜਾਂਦੇ ਆ ਤਾਂ ਫਿਰ ਹੋਏਗੀ ਸੰਸਦੀ ਸਰਕਾਰ। ਜੇ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਜਿਹੜੇ ਮੈਂਬਰ ਹੈ ਆਪਸ ਦੇ ਵਿੱਚ ਸੰਬੰਧਿਤ ਨਹੀਂ ਹੈ, ਕਾਰਜਪਾਲਿਕਾ ਦੇ ਮੈਂਬਰ ਵਿਧਾਨਪਾਲਿਕਾ ਦੇ ਮੈਂਬਰ ਨਹੀਂ ਹੈ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਜਿਹੜਾ ਹੈਗਾ ਦੂਰ ਦਾ ਸੰਬੰਧ ਹੈ ਨੇੜੇ ਦਾ ਸੰਬੰਧ ਨਹੀਂ ਹੈ ਤਾਂ ਫਿਰ ਪ੍ਰਧਾਨਗੀ ਸਰਕਾਰ ਹੈ। ਸੋ ਭਾਰਤ ਦੇ ਵਿੱਚ ਇਸ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਵੀ ਸੰਸਦੀ ਸਰਕਾਰ ਹੈ। ਤਾਂ ਇਹ ਵੀ ਯਾਦ ਰੱਖਣਾ ਭਾਰਤ 'ਚ ਕਿਹੜਾ ਰੂਪ ਹੈ ਸਰਕਾਰ ਦਾ? ਸੰਸਦੀ ਸਰਕਾਰ ਹੈ। ਅਤੇ ਪ੍ਰਧਾਨਗੀ ਸਰਕਾਰ ਕਿਹੜੇ ਦੇਸ਼ 'ਚ ਹੈ? ਅਮਰੀਕਾ ਦੇ ਵਿੱਚ ਹੈ। ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰ ਔਰ ਭਾਰਤ ਦੇ ਵਿੱਚ ਸੰਸਦੀ ਸਰਕਾਰ। ਤਾਂ ਆਪਣਾ ਜਿਹੜਾ ਪੜ੍ਹਨ ਦਾ ਵਿਸ਼ਾ ਹੈ ਉਹ ਹੈ ਸੰਸਦੀ ਸਰਕਾਰ। ਤਾਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸੰਸਦੀ ਸਰਕਾਰ ਜਿਹੜੀ ਹੈ ਉਹਦਾ ਅਰਥ ਕੀ ਹੈ, ਮੀਨਿੰਗ ਕੀ ਹੈ। ਸੰਸਦੀ ਸਰਕਾਰ ਨੂੰ ਕਈ ਲੋਕ ਜ਼ਿੰਮੇਵਾਰ ਸਰਕਾਰ ਜਾਂ ਮੰਤਰੀ ਮੰਡਲ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਪ੍ਰਣਾਲੀ ਦੀ ਸਰਕਾਰ ਵੀ ਆਖ ਦਿੰਦੇ ਹਨ। ਸੰਸਦੀ ਸਰਕਾਰ ਵਿੱਚ ਰਾਜ ਦਾ ਮੁਖੀ ਨਾਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ ਅਤੇ ਮੰਤਰੀ ਪ੍ਰੀਸ਼ਦ ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ ਹੈ। ਮੰਤਰੀ ਪ੍ਰੀਸ਼ਦ ਆਪਣੇ ਹਰ ਕਾਰਜ ਲਈ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਅਤੇ ਵਿਧਾਨਪਾਲਿਕਾ ਦੇ ਬਹੁਮਤ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿੰਦੀ ਹੈ। ਸੋ ਸੰਸਦੀ ਸਰਕਾਰ ਦਾ ਇਹ ਅਰਥ ਹੈ। ਇਹਦੇ ਵਿੱਚੋਂ ਹੀ ਮੈਂ ਤੁਹਾਨੂੰ ਪ੍ਰਸ਼ਨ ਵੀ ਦੱਸ ਦਿੰਦਾ ਕਿ 1-1 ਨੰਬਰ ਵਾਲੇ ਕਿਹੜੇ ਬਣ ਸਕਦੇ ਆ। ਸੰਸਦੀ ਸਰਕਾਰ ਦਾ ਕੋਈ ਦੂਸਰਾ ਨਾਮ ਦੱਸੋ। ਤਾਂ ਕਿਹੜੇ ਹੈ? ਜ਼ਿੰਮੇਵਾਰ ਸਰਕਾਰ,
ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ, ਪ੍ਰਧਾਨ ਮੰਤਰੀ ਪ੍ਰਣਾਲੀ ਦੀ ਸਰਕਾਰ, ਇਹ ਸਰਕਾਰ ਦੇ ਦੂਸਰੇ ਨਾਂ ਹੈ। ਤੁਹਾਡੇ ਤੋਂ ਨਾਂ ਪੁੱਛ ਕੇ ਪੁੱਛਿਆ ਜਾ ਸਕਦਾ ਹੈ, ਸਹੀ ਗਲਤ, ਜਾਂ ਖਾਲੀ ਥਾਂ ਭਰਵਾਈ ਜਾ ਸਕਦੀ ਹੈ, ਜਾਂ ਕੋਈ ਇੱਕ ਜਾਂ ਦੋ ਨਾਮ ਵੀ ਪੁੱਛੇ ਜਾ ਸਕਦੇ ਕਿ ਸੰਸਦੀ ਸਰਕਾਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਹੋਰ ਵੱਡਾ ਫਰਕ ਕੀ ਹੈ, ਸੰਸਦੀ ਸਰਕਾਰ ਜਿਹੜਾ ਰਾਜ ਦਾ ਮੁਖੀ ਹੈ ਨਾ ਮਾਤਰ ਦਾ ਕਾਰਜ ਸਾਧਕ ਹੁੰਦਾ, ਅਰਥਾਤ ਉਹਦੇ ਕੋਲ ਸ਼ਕਤੀਆਂ, ਜਿਸ ਵਿਅਕਤੀ ਨੂੰ ਸ਼ਕਤੀ ਦਿੱਤੀ ਜਾਂਦੀ ਹੈ, ਜਿਹੜਾ ਰਾਜ ਦਾ ਮੁਖੀ ਹੁੰਦਾ, ਸਾਰੀਆਂ ਸ਼ਕਤੀਆਂ ਸੰਵਿਧਾਨ ਅਨੁਸਾਰ ਉਹਨੂੰ ਦਿੱਤੀਆਂ ਗਈਆਂ, ਪਰ ਉਹ ਨਾ ਮਾਤਰ ਦਾ ਕਾਰਜ ਸਾਧਕ ਹੈ, ਅਸਲੀ ਸ਼ਕਤੀ ਨਹੀਂ ਹੁੰਦੀ ਉਹਦੇ ਕੋਲੇ। ਤੇ ਜਿਹੜੀ ਮੰਤਰੀ ਪ੍ਰੀਸ਼ਦ ਹੈ, ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ, ਉਹ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ। ਆਪਣਾ ਰਾਜ ਦਾ ਮੁਖੀ ਕੌਣ ਹੈ? ਰਾਸ਼ਟਰਪਤੀ। ਰਾਸ਼ਟਰਪਤੀ ਰਾਜ ਦਾ ਮੁਖੀ ਹੈ, ਪਰ ਉਹ ਨਾ ਮਾਤਰ ਦਾ ਕਾਰਜ ਸਾਧਕ ਹੈ। ਉਹਦੇ ਕੋਲ ਸ਼ਕਤੀਆਂ ਸੰਵਿਧਾਨ ਅਨੁਸਾਰ ਉਹਨੂੰ ਦਿੱਤੀਆਂ ਵੀ ਹੈ, ਪਰ ਉਹ ਅਸਲੀ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਗਾ। ਅਸਲੀ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਹੈ? ਮੰਤਰੀ ਪ੍ਰੀਸ਼ਦ। ਮੰਤਰੀ ਪ੍ਰੀਸ਼ਦ ਅਸਲੀ ਸ਼ਕਤੀਆਂ ਦੀ ਵਰਤੋਂ ਕਰਦੀ ਹੈ, ਤੇ ਮੰਤਰੀ ਪ੍ਰੀਸ਼ਦ ਦਾ ਮੁਖੀ ਹੁੰਦਾ ਹੈ ਪ੍ਰਧਾਨ ਮੰਤਰੀ। ਸੋ ਸਾਰੀਆਂ ਸ਼ਕਤੀਆਂ ਮੰਤਰੀ ਪ੍ਰੀਸ਼ਦ ਕੋਲੇ ਹੁੰਦੀਆਂ, ਜੋ ਰਾਸ਼ਟਰਪਤੀ ਨੂੰ ਮਿਲੀਆਂ ਹੁੰਦੀਆਂ ਸਾਰੀਆਂ ਸ਼ਕਤੀਆਂ, ਉਹਨਾਂ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਅਸਲ ਦੇ ਵਿੱਚ? ਮੰਤਰੀ ਪ੍ਰੀਸ਼ਦ। ਇਸੇ ਕਰਕੇ ਰਾਸ਼ਟਰਪਤੀ ਨੂੰ ਨਾਮ ਮਾਤਰ ਕਾਰਜ ਸਾਧਕ ਮੁਖੀ ਤੇ ਮੰਤਰੀ ਪ੍ਰੀਸ਼ਦ ਨੂੰ ਵਾਸਤਵਿਕ ਜਾਂ ਅਸਲੀ ਕਾਰਜ ਸਾਧਕ ਮੁਖੀ ਕਿਹਾ ਜਾਂਦਾ ਹੈ। ਇਹ ਵੀ ਛੋਟੇ ਦੋ ਪ੍ਰਸ਼ਨ ਜਿਹੜੇ ਤੁਸੀਂ ਦਿਮਾਗ 'ਚ ਰੱਖਣੇ ਆ। ਮੰਤਰੀ ਪ੍ਰੀਸ਼ਦ ਆਪਣੇ ਹੋਰ ਹਰ ਕਾਰਜ ਲਈ ਵਿਧਾਨ ਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਵਿਧਾਨ ਪਾਲਿਕਾ ਦੇ ਬਹੁਮਤ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ ਤੇ ਰਹਿੰਦੀ ਹੈ। ਜੇਕਰ ਮੰਤਰੀ ਪ੍ਰੀਸ਼ਦ ਨੂੰ ਵਿਧਾਨ ਪਾਲਿਕਾ ਦੇ ਬਹੁਮਤ ਦਾ ਸਮਰਥਨ ਪ੍ਰਾਪਤ ਨਹੀਂ ਹੈ ਤਾਂ ਉਹਨੂੰ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ, ਅਰਥਾਤ ਵਿਧਾਨ ਪਾਲਿਕਾ ਦੇ ਬਹੁਮਤ ਦਾ ਸਮਰਥਨ ਜਿਹੜਾ ਹੈ ਜਾਂ ਬਹੁਮਤ ਦਾ ਵਿਸ਼ਵਾਸ ਚਾਹੀਦਾ, ਫਿਰ ਹੀ ਮੰਤਰੀ ਪ੍ਰੀਸ਼ਦ ਜਿਹੜੀ ਹੈ ਉਹ ਕੰਮ ਕਰ ਸਕਦੀ ਹੈ। ਸੰਸਦ ਦੀ परिभाषा, संसदीय सरकार की परिभाषा डॉक्टर आशीर्वादम अनुसार संसदीय प्रणाली की सरकार अजिही सरकार है जिस विच वास्तविक कार्यपालिका जिहड़ी कि मंत्री परिषद या मंत्री मंडल है अपनियां गलतियां ते कारजां लई कानूनी ਅਤੇ ਪ੍ਰਤੱਖ ਰੂਪ ਵਿੱਚ ਵਿਧਾਨ ਮੰਡਲ ਦੇ ਸਾਹਮਣੇ ਅਤੇ ਉਸ ਦੇ ਰਾਹੀਂ ਚੋਣਕਾਰਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ, ਜਦਕਿ ਨਾਮ ਮਾਤਰ ਦਾ ਕਾਰਜ ਸਾਧਕ ਪੂਰੀ ਗੈਰ ਜ਼ਿੰਮੇਵਾਰੀ ਦੀ ਸਥਿਤੀ ਰੱਖਦਾ ਹੈ। ਤਾਂ ਸੰਸਦੀ ਸਰਕਾਰ ਦੀ ਜਿਹੜੀ ਪਰਿਭਾਸ਼ਾ, ਕੋਈ ਵੀ ਤੁਸੀਂ ਇੱਕ ਪਰਿਭਾਸ਼ਾ ਪੜ੍ਹ ਸਕਦੇ ਹੋ, ਤਾਂ ਮੈਂ ਤੁਹਾਡੇ ਲਈ ਡਾਕਟਰ ਆਸ਼ੀਰਵਾਦਮ ਦੀ ਪਰਿਭਾਸ਼ਾ ਚੁਣੀ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਕਿਹੜੀ ਸਰਕਾਰ ਹੈ? ਜਿਹਦੇ 'ਚ ਵਾਸਤਵਿਕ ਕਾਰਜਪਾਲਿਕਾ ਕੌਣ ਹੈ? ਮੰਤਰੀ ਪ੍ਰੀਸ਼ਦ ਜਾਂ ਮੰਤਰੀ ਮੰਡਲ, ਜੋ ਆਪਣੀਆਂ ਗਲਤੀਆਂ ਦੇ ਕਾਰਜਾਂ ਲਈ ਕਿਹਨੂੰ ਜ਼ਿੰਮੇਵਾਰ ਹੁੰਦਾ? ਪ੍ਰਤੱਖ ਰੂਪ 'ਚ ਵਿਧਾਨ ਮੰਡਲ ਦੇ ਸਾਹਮਣੇ, ਤੇ ਉਸ ਦੀ ਅਤੇ ਵਿਧਾਨ ਮੰਡਲ ਰਾਹੀਂ, ਕਿਉਂਕਿ ਵਿਧਾਨ ਮੰਡਲ ਦੀ ਜਿਹੜੀ ਚੋਣ ਹੁੰਦੀ ਹੈ ਉਹ ਹੁੰਦੀ ਹੈ ਵੋਟਾਂ ਰਾਹੀਂ ਚੋਣਕਾਰ ਕਰਦੇ ਆ ਅਸਲ ਚੋਣਾਂ ਦੇ ਸਾਹਮਣੇ। ਤੇ ਜਿਹੜਾ ਨਾਮ ਮਾਤਰ ਕਾਰਜ ਸਾਧਕ ਮੁਖੀ ਜਾਂਦਾ ਉਹ ਜਿਹਨੂੰ ਆਪਾਂ ਗੱਲ ਕੀਤੀ ਰਾਸ਼ਟਰਪਤੀ, ਉਹ ਗੈਰ ਜ਼ਿੰਮੇਵਾਰੀ ਦੀ ਸਥਿਤੀ ਰੱਖਦਾ ਹੈ। ਇਸ ਤੋਂ ਬਾਅਦ ਭਾਰਤ ਵਿੱਚ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ, ਕਰੈਕਟਰਿਸਟਿਕਸ ਆਫ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨ ਇੰਡੀਆ। ਨਾਮ ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਭੇਦ ਆਪਾਂ ਗੱਲ ਕਰ ਚੁੱਕੇ ਹਾਂ ਜਦੋਂ ਅਰਥ ਦੀ ਗੱਲ ਕੀਤੀ ਸੀ ਸੰਸਦੀ ਸਰਕਾਰ ਦੇ, ਕਿ ਜੋ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ, ਨਾਮ ਮਾਤਰ ਤੇ ਵਾਸਤਵਿਕ ਜਾਂ ਅਸਲੀ। ਨਾਮ ਮਾਤਰ ਰਾਸ਼ਟਰਪਤੀ, ਵਾਸਤਵਿਕ ਮੰਤਰੀ ਪ੍ਰੀਸ਼ਦ ਜਿਹਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ। ਦੋਨਾਂ 'ਚ ਭੇਦ ਹੁੰਦਾ ਸੰਸਦੀ ਸਰਕਾਰ ਦੇ ਵਿੱਚ। ਸੰਸਦੀ ਸਰਕਾਰ ਵਿੱਚ ਨਾਮ ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿਚਕਾਰ ਅੰਤਰ ਕੀਤਾ ਜਾਂਦਾ ਹੈ। ਰਾਜ ਦਾ ਮੁਖੀ ਨਾਮ ਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ ਅਤੇ ਮੰਤਰੀ ਪ੍ਰੀਸ਼ਦ ਜਿਹੜਾ ਕਿ ਰਾਜ ਦੇ ਮੁਖੀ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ। ਰਾਜ ਦਾ ਜਿਹੜਾ ਮੁਖੀ ਹੈ ਉਹ ਕੀ ਹੈ? ਨਾਮ ਮਾਤਰ ਦਾ ਕਾਰਜ ਸਾਧਕ ਮੁਖੀ, ਅਤੇ ਮੰਤਰੀ ਪ੍ਰੀਸ਼ਦ ਜਿਹੜਾ ਕਿ ਰਾਜ ਦੇ ਮੁਖੀ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ, ਵਾਸਤਵਿਕ ਕਾਰਜ ਸਾਧਕ ਹੁੰਦਾ ਹੈ। ਸੋ ਜਿਹੜਾ ਰਾਜ ਦਾ ਮੁਖੀ ਹੈ ਉਹ ਨਾਮ ਮਾਤਰ ਕਾਰਜ ਸਾਧਕ ਹੁੰਦਾ ਰਾਸ਼ਟਰਪਤੀ, ਤੇ ਅਸਲੀ ਸ਼ਕਤੀਆਂ ਮੰਤਰੀ ਪ੍ਰੀਸ਼ਦ ਕੋਲ ਹੁੰਦੀਆਂ। ਤੇ ਮੰਤਰੀ ਪ੍ਰੀਸ਼ਦ ਦਾ ਮੁਖੀ ਕੌਣ ਹੁੰਦਾ? ਪ੍ਰਧਾਨ ਮੰਤਰੀ। ਉਹਦੇ ਕੋਲੇ ਅਸਲੀ ਸ਼ਕਤੀ, ਇਸ ਲਈ ਉਹਨੂੰ ਵਾਸਤਵਿਕ ਜਾਂ ਅਸਲੀ ਕਾਰਜ ਸਾਧਕ ਕਹਿੰਦੇ ਆ। ਭਾਰਤ ਵਿੱਚ ਕੇਂਦਰ ਵਿੱਚ ਰਾਸ਼ਟਰਪਤੀ ਅਤੇ ਰਾਜਾਂ 'ਚ ਰਾਜਪਾਲ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਦੋਹਰੀ ਸਰਕਾਰ ਹੁੰਦੀ ਹੈ, ਰਾਜਾਂ ਦੀਆਂ ਆਪਣੀਆਂ ਸਰਕਾਰਾਂ, ਕੇਂਦਰ ਦੀ ਆਪਣੀ ਸਰਕਾਰ ਹੈ। ਤਾਂ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਕੇਂਦਰ ਦੇ ਵਿੱਚ ਨਾਮ ਮਾਤਰ ਤੇ ਅਸਲੀ ਕਾਰਜਪਾਲਕ ਹੈ, ਉਸੇ ਤਰ੍ਹਾਂ ਰਾਜਾਂ 'ਚ ਵੀ ਨਾਮ ਮਾਤਰ ਤੇ ਅਸਲੀ ਕਾਰਜਪਾਲਕ ਹੈ। ਇਸ ਲਈ ਉਹਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਕੇਂਦਰ 'ਚ ਰਾਸ਼ਟਰਪਤੀ ਨਾਮ ਮਾਤਰ ਹੈ ਤੇ ਮੰਤਰੀ ਪ੍ਰੀਸ਼ਦ ਅਸਲੀ ਕਾਰਜਪਾਲਕ ਹੈ। ਉਸੇ ਤਰ੍ਹਾਂ ਰਾਜਾਂ ਦੇ ਵਿੱਚ ਰਾਜਪਾਲ ਨਾਮ ਮਾਤਰ ਦਾ ਕਾਰਜ ਸਾਧਕ, ਤੇ ਜਿਹੜੀ ਰਾਜ ਵਿਧਾਨ ਮੰਡਲ ਹੈ ਦੀ ਕਾਰਜਪਾਲਿਕਾ ਹੈ ਜਾਂ ਮੰਤਰੀ ਪ੍ਰੀਸ਼ਦ ਹੈ ਰਾਜ ਵਿਧਾਨ ਮੰਡਲ ਦਾ, ਉਹ ਅਸਲੀ ਕਾਰਜ ਸਾਧਕ ਹੈ। ਵਾਸਤਵ ਵਿੱਚ ਇਹਨਾਂ ਕਾਰਜ ਸਾਧਕੀ ਸ਼ਕਤੀਆਂ ਦਾ ਪ੍ਰਯੋਗ ਮੰਤਰੀ ਪ੍ਰੀਸ਼ਦ ਇਹਨਾਂ ਦੇ ਨਾਂ 'ਤੇ ਕਰਦੀਆਂ ਹਨ। ਭਾਰਤ ਦੇ ਸੰਵਿਧਾਨ ਵਿੱਚ ਕੀਤੀ ਗਈ 42ਵੀਂ ਸੋਧ ਅਨੁਸਾਰ ਰਾਸ਼ਟਰਪਤੀ ਦੀ ਨਾਮ ਮਾਤਰ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਸੰਵਿਧਾਨ ਦੀ ਧਾਰਾ 76 ਅਧੀਨ ਵਿਵਸਥਾ ਕੀਤੀ ਗਈ ਹੈ
ਰਾਸ਼ਟਰਪਤੀ ਦੀ ਨੂੰ ਸਲਾਹ ਦੇਣ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ, ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੋਵੇਗਾ ਅਤੇ ਰਾਸ਼ਟਰਪਤੀ ਆਪਣੇ ਕਾਰਜ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਕਰੇਗਾ। 42ਵੀਂ ਸੋਧ 1976 ਦੇ ਵਿੱਚ ਹੋਈ ਸੀ। 1976 ਚ ਹੋਈ ਸੀ 42ਵੀਂ ਸੋਧ। 42ਵੀਂ ਸੋਧ ਤੋਂ ਪਹਿਲਾਂ ਸਥਿਤੀ ਸਪਸ਼ਟ ਨਹੀਂ ਸੀ ਕਿ ਰਾਸ਼ਟਰਪਤੀ ਲਈ ਮੰਤਰੀ ਪ੍ਰੀਸ਼ਦ ਦੀ ਸਲਾਹ ਮੰਨਣੀ ਜ਼ਰੂਰੀ ਹੈ ਜਾਂ ਨਹੀਂ। ਉਹ 42ਵੀਂ ਸੋਧ ਦੇ ਵਿੱਚ ਗੱਲ ਬਿਲਕੁਲ ਸਪਸ਼ਟ ਕਰਤੀ ਗਈ ਸੰਵਿਧਾਨ ਦੀ ਧਾਰਾ 74 ਦੇ ਵਿੱਚ ਕਿ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ। ਮੰਤਰੀ ਪ੍ਰੀਸ਼ਦ ਦਾ ਮੁਖੀ ਹੋਊਗਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆਪਣੇ ਕਾਰਜ ਉਹਦੀ ਸਲਾਹ ਅਨੁਸਾਰ ਹੀ ਕਰੇਗਾ। ਸੋ 42ਵੀਂ ਸੋਧ ਤੋਂ ਬਾਅਦ ਇਹ ਗੱਲ ਬਿਲਕੁਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਕਿ ਰਾਸ਼ਟਰਪਤੀ ਨੂੰ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਹੀ ਚੱਲਣਾ ਪਏਗਾ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕੋਈ ਵੀ ਫੈਸਲਾ ਨਹੀਂ ਲੈ ਸਕਦਾ। ਉਸ ਜਿਹੜੀ ਅਸਲੀ ਕਾਰਜਪਾਲਿਕਾ ਜਾਂ ਵਾਸਤਵਿਕ ਕਾਰਜਪਾਲਿਕਾ ਤੇ ਜਿਹੜੀ ਨਾਮਾਤਰ ਕਾਰਜਪਾਲਿਕਾ ਹੈ ਉਹਦੇ ਵਿੱਚ ਬਿਲਕੁਲ ਜਿਹੜੀਆਂ ਉਹਦੀਆਂ ਸ਼ਕਤੀਆਂ ਸੀ ਰਾਸ਼ਟਰਪਤੀ ਦੀਆਂ ਤੇ ਮੰਤਰੀ ਪ੍ਰੀਸ਼ਦ ਦੀਆਂ ਬਿਲਕੁਲ ਜਿਹੜੀਆਂ ਨੇ 42ਵੀਂ ਸੋਧ ਨੇ ਡਿਫਾਈਨ ਕਰਤੀਆਂ, ਕਲੀਅਰ ਕਰ ਦਿੱਤਾ ਕਿ ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ ਹੀ ਹੈ, ਅਸਲੀ ਕਾਰਜਪਾਲਿਕਾ ਮੰਤਰੀ ਪ੍ਰੀਸ਼ਦ ਦੀ ਹੋਵੇਗੀ। ਪ੍ਰਧਾਨ ਮੰਤਰੀ ਦੀ ਅਗਵਾਈ ਸੰਸਦੀ ਸਰਕਾਰ ਵਿੱਚ ਮੰਤਰੀ ਪ੍ਰੀਸ਼ਦ ਪ੍ਰਧਾਨ ਮੰਤਰੀ ਦੀ ਅਗਵਾਈ ਅਧੀਨ ਕੰਮ ਕਰਦਾ ਹੈ ਅਤੇ ਸਾਡੇ ਸੰਵਿਧਾਨ ਦੀ ਧਾਰਾ 74 ਅਨੁਸਾਰ ਪ੍ਰਧਾਨ ਮੰਤਰੀ ਨੂੰ ਮੰਤਰੀ ਪ੍ਰੀਸ਼ਦ ਦੇ ਮੁਖੀ ਦੇ ਤੌਰ ਤੇ ਸਵੀਕਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ, ਉਹਨਾਂ ਵਿਚਕਾਰ ਮਹਿਕਮਿਆਂ ਦੀ ਵੰਡ ਕਰਦਾ ਹੈ, ਲੋੜ ਪੈਣ ਤੇ ਮਹਿਕਮਿਆਂ ਦੀ ਅਦਲਾ ਬਦਲੀ ਕਰਦਾ ਹੈ, ਮੰਤਰੀਆਂ ਦੇ ਆਪਸੀ ਮਤਭੇਦਾਂ ਨੂੰ ਮਿਟਾਉਂਦਾ ਹੈ ਅਤੇ ਉਹਨਾਂ ਵਿਚਕਾਰ ਤਾਲਮੇਲ ਕਾਇਮ ਰੱਖਦਾ ਹੈ ਅਤੇ ਲੋੜ ਪੈਣ ਤੇ ਕਿਸੇ ਵੀ ਮੰਤਰੀ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖ ਸਕਦਾ ਹੈ। ਸੋ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਮੰਤਰੀ ਪ੍ਰੀਸ਼ਦ ਦੀ ਅਗਵਾਈ ਕਰੇਗਾ। ਸੰਵਿਧਾਨ ਦੀ ਧਾਰਾ 74 ਦੇ ਵਿੱਚ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ। ਤਾਂ ਪ੍ਰਧਾਨ ਮੰਤਰੀ ਸਾਰੇ ਕੰਮ ਕਰਦਾ ਹੈ, ਅਗਵਾਈ ਕਰਦਾ ਹੈ। ਮੰਤਰੀ ਕਿਹਨੂੰ ਜਿਹੜਾ ਹੈਗਾ ਮੰਤਰੀ ਬਣਾਉਣਾ, ਕਿਹੜੇ ਮੈਂਬਰਾਂ ਨੂੰ ਵਿਧਾਨ ਪਾਲਿਕਾ ਦੇ ਨੂੰ ਮੰਤਰੀ ਬਣਾਉਣਾ ਹੈਗਾ ਉਹਦੀ ਸੂਚੀ ਤਿਆਰ ਕਰਦਾ ਹੈ। ਉਹਨਾਂ ਮੰਤਰੀਆਂ ਨੂੰ ਮਹਿਕਮੇ ਕਿਹੜੇ ਦੇਣੇ ਆ ਉਹਨਾਂ ਦੀ ਵੰਡ ਕਰਨੀ ਵੀ ਪ੍ਰਧਾਨ ਮੰਤਰੀ ਦੀ ਜਿਹੜੀ ਮਰਜ਼ੀ ਹੁੰਦੀ ਹੈ। ਅਤੇ ਉਸ ਤੋਂ ਬਾਅਦ ਲੋੜ ਪਵੇ ਜੇ ਕਿਤੇ ਕਿਸੇ ਤੋਂ ਮਹਿਕਮਾ ਲੈਣਾ, ਕਿਸੇ ਨਵੇਂ ਬੰਦੇ ਨੂੰ ਮੰਤਰੀ ਲਾਉਣਾ, ਕਿਸੇ ਨੂੰ ਮਹਿਕਮਾ ਦੀ ਅਦਲਾ ਬਦਲੀ ਕਰਨੀ ਹੈ ਜਾਂ ਮੰਤਰੀਆਂ 'ਚ ਆਪਸ 'ਚ ਮਤਭੇਦ ਹੋ ਗਏ ਹੈ ਉਹਨਾਂ 'ਚ ਤਾਲਮੇਲ ਕਾਇਮ ਕਰਨਾ, ਉਹਨਾਂ ਸਾਰੇ ਕੰਮਾਂ ਨੂੰ ਕੌਣ ਕਰਦਾ ਹੈ? ਪ੍ਰਧਾਨ ਮੰਤਰੀ। ਅਤੇ ਇਸ ਤੋਂ ਇਲਾਵਾ ਜੇ ਕੋਈ ਲੋੜ ਪਵੇ, ਕੋਈ ਮੰਤਰੀ ਸਹੀ ਨਹੀਂ ਕੰਮ ਕਰ ਰਿਹਾ ਜਾਂ ਉਹਦੇ ਖਿਲਾਫ ਲੋਕਾਂ ਦਾ ਕੋਈ ਵਿਰੋਧ ਹੈਗਾ ਜਾਂ ਕੋਈ ਗਲਤੀ ਕਰਦਾ ਹੈਗਾ, ਤਾਂ ਵੀ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕਿਸੇ ਵੀ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿ ਸਕਦਾ ਹੈਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹੀ ਮੰਤਰੀ ਪ੍ਰੀਸ਼ਦ ਦੀਆਂ ਮੀਟਿੰਗਾਂ ਬੁਲਾਉਂਦਾ ਹੈ, ਮੀਟਿੰਗਾਂ ਦੀ ਪ੍ਰਧਾਨਗੀ ਵੀ ਕਰਦਾ ਹੈ, ਮੰਤਰੀ ਪ੍ਰੀਸ਼ਦ ਦੇ ਫੈਸਲਿਆਂ ਨੂੰ ਰਾਸ਼ਟਰਪਤੀ ਤੱਕ ਪਹੁੰਚਾਉਂਦਾ ਹੈ। ਇਹ ਜ਼ਰੂਰੀ ਹੁੰਦਾ ਕਿ ਜਿੰਨੇ ਵੀ ਫੈਸਲੇ ਮੰਤਰੀ ਪ੍ਰੀਸ਼ਦ 'ਚ ਹੋਏ ਆ ਉਹਦੀ ਜਾਣਕਾਰੀ ਰਾਸ਼ਟਰਪਤੀ ਨੂੰ ਦੇਣੀ ਹੁੰਦੀ ਹੈ ਅਤੇ ਰਾਸ਼ਟਰਪਤੀ ਨੂੰ ਮੰਤਰੀ ਪ੍ਰੀਸ਼ਦ ਦੇ ਫੈਸਲਿਆਂ ਦੀ ਜਾਣਕਾਰੀ ਦੇਣ ਦਾ ਜਿਹੜਾ ਕੰਮ ਆ ਉਹ ਕਿਹਦੇ ਕੋਲ ਹੁੰਦਾ? ਪ੍ਰਧਾਨ ਮੰਤਰੀ ਕੋਲ। ਅਤੇ ਰਾਸ਼ਟਰਪਤੀ ਦੇ ਵਿਚਾਰਾਂ ਨੂੰ ਮੰਤਰੀ ਪ੍ਰੀਸ਼ਦ ਤੱਕ ਪਹੁੰਚਾਉਂਦਾ। ਰਾਸ਼ਟਰਪਤੀ ਨੇ ਜੇ ਕੋਈ ਸਲਾਹ ਦੇਣੀ ਹੈ ਮੰਤਰੀ ਪ੍ਰੀਸ਼ਦ ਨੂੰ ਤਾਂ ਉਹ ਵੀ ਪ੍ਰਧਾਨ ਮੰਤਰੀ ਰਾਹੀਂ ਹੀ ਦਿੰਦਾ ਹੈ। ਸੰਖੇਪ ਵਿੱਚ ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦਾ ਨਿਰਮਾਤਾ, ਉਸ ਦਾ ਜੀਵਨ ਦਾਤਾ ਅਤੇ ਉਸ ਦੀ ਮੌਤ ਦਾ ਕੇਂਦਰ ਹੁੰਦਾ ਹੈ। ਜੋ ਸਥਿਤੀ ਕੇਂਦਰ 'ਚ ਪ੍ਰਧਾਨ ਮੰਤਰੀ ਦੀ ਹੁੰਦੀ ਹੈ, ਲਗਭਗ ਉਸੇ ਤਰ੍ਹਾਂ ਦੀ ਸਥਿਤੀ ਰਾਜਾਂ ਵਿੱਚ ਮੁੱਖ ਮੰਤਰੀਆਂ ਦੀ ਹੈ। ਆਪਾਂ ਪਹਿਲਾਂ ਵੀ ਗੱਲ ਚੁੱਕੀ ਕਿ ਦੋਹਰੀ ਸ਼ਾਸਨ ਪ੍ਰਣਾਲੀ ਹੈ, ਰਾਜਾਂ ਦੇ ਵਿੱਚ ਵੀ ਸ਼ਾਸਨ ਪ੍ਰਣਾਲੀ ਹੈ। ਕੇਂਦਰ ਦੀ ਆਪਣੀ ਸਰਕਾਰ ਹੈ, ਰਾਜਾਂ ਦੀ ਆਪਣੀ ਸਰਕਾਰ ਹੈ। ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਨਾਲ ਜਿਹੜੇ ਆਪਾਂ ਕੰਮ ਬੜੇ ਪੜ੍ਹੇ ਆ ਪ੍ਰਧਾਨ ਮੰਤਰੀ ਦੇ ਤੇ ਰਾਸ਼ਟਰਪਤੀ ਦੇ, ਉਸੇ ਤਰੀਕੇ ਨਾਲ ਰਾਜਾਂ 'ਚ ਕੌਣ ਹੁੰਦਾ? ਰਾਜਪਾਲ ਤੇ ਮੁੱਖ ਮੰਤਰੀ। ਉਹ ਸਾਰੇ ਕੰਮ ਮੁੱਖ ਮੰਤਰੀ ਕਰਦਾ ਤਾਂ ਜਿਹੜੀ ਸਲਾਹ ਹੈ ਉਹ ਰਾਜਪਾਲ ਮੁੱਖ ਮੰਤਰੀ ਨੂੰ ਦਿੰਦਾ ਅਤੇ ਮੁੱਖ ਮੰਤਰੀ ਹੀ ਰਾਜਪਾਲ ਨੂੰ ਮੰਤਰੀ ਪ੍ਰੀਸ਼ਦ ਦੇ ਫੈਸਲਿਆਂ ਬਾਰੇ ਜਾਣੂ ਕਰਾਉਂਦਾ ਹੈ। ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਗੂੜੇ ਸੰਬੰਧ, ਇਹਨਾਂ ਸੰਬੰਧਾਂ ਦੇ ਆਧਾਰ 'ਤੇ ਅਸੀਂ ਫੈਸਲਾ ਕਰਦੇ ਹਾਂ ਵੀ ਇਹ ਜਿਹੜੀ ਹੈਗੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਹੈ, ਪ੍ਰਧਾਨਗੀ ਨਹੀਂ ਹੈ। ਜੇ ਗੂੜੇ ਸੰਬੰਧ ਹੋਣ ਤਾਂ ਸੰਸਦੀ ਸਰਕਾਰ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਭਾਵ ਸੰਸਦ ਅਤੇ ਮੰਤਰੀ ਪ੍ਰੀਸ਼ਦ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ 'ਚ ਫਰਕ ਦੱਸ ਦੇਵਾਂ, ਕਿਉਂਕਿ ਵਾਰ-ਵਾਰ ਵਿਧਾਨ ਪਾਲਿਕਾ ਕਾਰਜਪਾਲਿਕਾ ਪੜ੍ਹ ਰਹੇ ਹਾਂ ਤਾਂ ਉਹ ਨਾ ਹੋਵੇ ਕਿ ਤੁਹਾਨੂੰ ਕਨਸੈਪਟ ਜਿਹੜਾ ਵਿਧਾਨ ਪਾਲਿਕਾ ਕਾਰਜਪਾਲਿਕਾ ਦੇ ਤੁਸੀਂ ਕਨਫਿਊਜ਼ ਹੋ ਜਾਓ। ਸਰਕਾਰ ਦੇ ਆਪਾਂ 3 ਅੰਗ ਪੜ੍ਹੇ ਆ, ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਤੀਜਾ ਕਿਹੜਾ ਸੀ? ਨਿਆਂਪਾਲਿਕਾ। ਨਿਆਂਪਾਲਿਕਾ ਭਾਵੇਂ ਪ੍ਰਧਾਨਗੀ ਹੋਵੇ ਭਾਵੇਂ ਸੰਸਦੀ ਹੋਵੇ, ਉਹ ਸੁਤੰਤਰ ਅੰਗ ਹੁੰਦਾ। 2 ਅੰਗਾਂ ਦੀ ਨੂੰ ਇਹ ਆਪਾਂ ਕੰਸੀਡਰ ਕਰਨਾ, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ। ਇਹਨਾਂ ਦੇ ਸੰਬੰਧਾਂ ਦੇ ਆਧਾਰ 'ਤੇ ਅਸੀਂ ਫੈਸਲਾ ਕਰਦੇ ਹਾਂ
कि ਕਿਹੜੀ ਸਰਕਾਰ ਹੈ। ਇਸ ਤੋਂ ਇਲਾਵਾ ਵੈਸੇ ਵੀ ਨਿਆਂਪਾਲਿਕਾ, ਉੱਚ ਅਦਾਲਤ, ਸਰਵਉੱਚ ਅਦਾਲਤ, ਜਿਹੜੀਆਂ ਸੈਸ਼ਨ ਕੋਰਟਸ, ਡਿਸਟ੍ਰਿਕਟ ਕੋਰਟਸ, ਉਹ ਅਲੱਗ ਤੋਂ ਅਸੀਂ ਆਸਾਨੀ ਦੇ ਨਾਲ ਤੁਸੀਂ ਡਿਫਾਈਨ ਕਰ ਸਕਦੇ ਹੋ ਕਿ ਇਹ ਨਿਆਂਪਾਲਿਕਾ ਹੈਗੀ, ਜੁਡੀਸ਼ਰੀ ਹੈਗੀ ਹੈ, ਬਿਲਕੁਲ ਅਲੱਗ ਜਿਹੜਾ ਹੈਗਾ ਅੰਗ ਹੈਗਾ। ਵਿਧਾਨਪਾਲਿਕਾ, ਕਾਰਜਪਾਲਿਕਾ, ਜਿਵੇਂ ਭਾਰਤ ਦੇ ਵਿੱਚ ਸੰਸਦ ਦੇ 2 ਸਦਨ ਹੈ, ਲੋਕ ਸਭਾ ਤੇ ਰਾਜ ਸਭਾ, 2 ਸਦਨ ਹੈ, ਠੀਕ ਹੈ। ਇਹਦੇ ਜਿਹੜੇ ਲੋਕ ਸਭਾ ਦੇ ਮੈਂਬਰ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਚੁਣੇ ਜਾਂਦੇ ਆ, ਰਾਜ ਸਭਾ ਦੇ ਮੈਂਬਰ ਰਾਜ ਵਿਧਾਨ ਮੰਡਲਾਂ ਦੁਆਰਾ ਚੁਣੇ ਜਾਂਦੇ ਆ। ਇਹ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਇਹ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ। ਸੋ ਵਿਧਾਨਪਾਲਿਕਾ ਦੇ ਮੈਂਬਰ, ਇਹ ਸਾਰੇ ਵਿਧਾਨਪਾਲਿਕਾ ਦੇ ਮੈਂਬਰ ਹੈ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ, ਜਿੰਨੇ ਵੀ ਕੁੱਲ ਮੈਂਬਰ ਹੈ, ਜਿੰਨੀਆਂ ਵੀ ਕੁੱਲ ਸੀਟਾਂ ਹੈਗੀਆਂ ਨੇ, ਜਿੰਨੇ ਵੀ ਕੁੱਲ ਮੈਂਬਰ ਚੁਣੇ ਜਾਂਦੇ ਆ ਰਾਜ ਸਭਾ ਲੋਕ ਸਭਾ ਦੇ, ਉਹ ਸਾਰੇ ਵਿਧਾਨਪਾਲਿਕਾ ਦੇ ਮੈਂਬਰ ਹੈ। ਉਹਨੂੰ ਅਸੀਂ ਵਿਧਾਨਪਾਲਿਕਾ ਕਹਿੰਦੇ ਹਾਂ ਕਿਉਂਕਿ ਕਾਨੂੰਨ ਬਣਾਉਣ 'ਚ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰ ਭਾਗੀਦਾਰ ਹੁੰਦੇ ਆ, ਸਾਰਿਆਂ ਦੀ ਵੋਟਿੰਗ ਹੁੰਦੀ ਹੈ, ਸਾਰੇ ਬਹੁਮਤ ਦੇ ਫੈਸਲਿਆਂ ਦੇ ਨਾਲ ਹੀ ਕਾਨੂੰਨ ਪਾਸ ਕੀਤੇ ਜਾਂਦੇ ਆ, ਸੰਵਿਧਾਨਕ ਸੋਧਾਂ ਕੀਤੀਆਂ ਜਾਂਦੀਆਂ ਨੇ। ਇਸ ਲਈ ਇਹ ਸਾਰੇ ਵਿਧਾਨਪਾਲਿਕਾ ਦੇ ਮੈਂਬਰ ਹੈ। ਇਹਨਾਂ ਦੇ ਵਿੱਚੋਂ ਹੀ ਕਾਰਜਪਾਲਿਕਾ ਚੁਣੀ ਜਾਂਦੀ ਹੈ, ਇਹਨਾਂ ਮੈਂਬਰਾਂ ਦੇ ਵਿੱਚੋਂ ਹੀ। ਕਾਰਜਪਾਲਿਕਾ ਕੀ ਹੈ? ਮੰਤਰੀ ਪ੍ਰੀਸ਼ਦ। ਮੰਤਰੀ ਪ੍ਰੀਸ਼ਦ ਨੂੰ ਕਾਰਜਪਾਲਿਕਾ ਕਿਹਾ ਜਾਂਦਾ ਹੈ। ਮੰਤਰੀ ਪ੍ਰੀਸ਼ਦ ਦੇ ਵਿੱਚ ਪ੍ਰਧਾਨ ਮੰਤਰੀ ਮੁਖੀ ਹੈ ਤੇ ਉਹ ਸਾਰੇ ਮੰਤਰੀਆਂ ਦੀ ਚੋਣ ਕਰਦਾ ਹੈ। ਪ੍ਰਧਾਨ ਮੰਤਰੀ ਅਤੇ ਮੰਤਰੀ ਉਹ ਸਾਰੀ ਕਾਰਜਪਾਲਿਕਾ ਹੈ, ਔਰ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਸਾਰੇ ਚੁਣੇ ਇਹਨਾਂ ਵਿਧਾਨਪਾਲਿਕਾ ਦੇ ਮੈਂਬਰਾਂ ਵਿੱਚੋਂ ਜਾਂਦੇ, ਅਰਥਾਤ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਹੀ ਚੁਣੇ ਜਾਂਦੇ ਆ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੋਨੇ ਜਿਹੜੇ ਅੰਗ ਹੈ ਉਹ 'ਚ ਕੌਣ ਮੈਂਬਰ ਹੁੰਦੇ ਉਹਦੇ ਬਾਰੇ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜਿਹੜਾ ਆਪਾਂ ਸਰਕਾਰ ਕਹਿੰਦੇ ਆ, ਸਰਕਾਰ ਕਿਹਦੀ ਹੈ? ਉਹ ਕਾਰਜਪਾਲਿਕਾ ਹੁੰਦੀ ਹੈ। ਸਰਕਾਰ ਕਿਹਦੀ ਹੈ? ਕਾਰਜਪਾਲਿਕਾ। ਕਾਰਜਪਾਲਿਕਾ ਨੂੰ ਜਿਹੜਾ ਹੈਗਾ ਸਰਕਾਰ ਕਹਿੰਦੇ ਆ ਸਿੱਧੇ ਤੌਰ 'ਤੇ। ਤਾਂ ਸੰਸਦੀ ਸਰਕਾਰ 'ਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਭਾਵ ਸੰਸਦ ਅਤੇ ਮੰਤਰੀ ਪ੍ਰੀਸ਼ਦ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਮੰਤਰੀ ਪ੍ਰੀਸ਼ਦ ਦੇ ਮੈਂਬਰ ਸੰਸਦ ਦੇ ਮੈਂਬਰ ਹੁੰਦੇ ਹਨ। ਆਪਾਂ ਗੱਲ ਕਰ ਚੁੱਕੇ ਹਾਂ ਕਿ ਮੰਤਰੀ ਪ੍ਰੀਸ਼ਦ ਦੇ ਮੈਂਬਰ ਸੰਸਦ ਦੇ ਜਿਹੜੇ ਮੈਂਬਰਾਂ 'ਚੋਂ ਚੁਣੇ ਜਾਂਦੇ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਚੁਣੇ ਜਾਂਦੇ ਆ। ਜੇਕਰ ਕੋਈ ਮੰਤਰੀ ਸੰਸਦ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ਮੰਤਰੀ ਬਣਦੇ 6 ਮਹੀਨੇ ਦੇ ਅੰਦਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ। ਅਰਥਾਤ ਮੰਤਰੀ ਪ੍ਰੀਸ਼ਦ ਦੇ ਮੈਂਬਰ ਲਈ, ਕਾਰਜਪਾਲਿਕਾ ਲਈ ਜ਼ਰੂਰੀ ਹੈ ਵਿਧਾਨਪਾਲਿਕਾ ਦਾ ਮੈਂਬਰ ਹੋਣਾ। ਮੰਨ ਲਓ ਜੇ ਕੋਈ ਵਿਅਕਤੀ ਵਿਧਾਨਪਾਲਿਕਾ ਦਾ ਮੈਂਬਰ ਨਹੀਂ, ਕੀ ਉਹ ਮੰਤਰੀ ਪ੍ਰੀਸ਼ਦ ਦਾ ਮੈਂਬਰ ਨਹੀਂ ਬਣ ਸਕਦਾ? ਬਣ ਸਕਦਾ ਹੈ, ਪਰ ਉਹਦੇ ਲਈ ਫਿਰ ਨਾਲ ਹੀ ਸ਼ਰਤ ਹੈ ਕਿ ਉਹ ਮੰਤਰੀ ਬਣਦੇ 6 ਮਹੀਨਿਆਂ ਦੇ ਵਿੱਚ ਸੰਸਦ ਦੇ ਕਿਸੇ ਵੀ ਸਦਨ ਦੀ ਮੈਂਬਰੀ ਗ੍ਰਹਿਣ ਕਰੂਗਾ, ਚਾਹੇ ਲੋਕ ਸਭਾ ਦੀ ਕਰ ਲੇ ਜਾਂ ਰਾਜ ਸਭਾ ਦੀ ਕਰ ਲੇ। ਅਰਥਾਤ ਕੁੱਲ ਮਿਲਾ ਕੇ ਰਾਜ ਸਭਾ ਵਿਧਾਨਪਾਲਿਕਾ ਦੇ ਕਾਰਜਪਾਲਿਕਾ ਦੇ ਮੈਂਬਰ ਨੂੰ ਵਿਧਾਨਪਾਲਿਕਾ ਦਾ ਮੈਂਬਰ ਬਣਨਾ ਹੀ ਪੈਣਾ ਹੈ। ਮੰਤਰੀ ਸੰਸਦ ਦੀਆਂ ਬੈਠਕਾਂ 'ਚ ਭਾਗ ਲੈਂਦੇ ਹਨ, ਬਿੱਲ ਪੇਸ਼ ਕਰਦੇ ਹਨ, ਪਾਸ ਕਰਵਾਉਂਦੇ ਹਨ, ਸੰਸਦ ਦੇ ਮੈਂਬਰਾਂ ਦੁਆਰਾ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਦਿੰਦੇ ਹਨ ਅਤੇ ਰਾਜ ਪ੍ਰਬੰਧ ਸੰਬੰਧੀ ਉਹਨਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ। ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਇਹ ਸਾਰੀਆਂ ਵਿਵਸਥਾਵਾਂ ਜਿਹੜੀਆਂ ਹੈਗੀਆਂ ਲਾਗੂ ਹੁੰਦੀਆਂ। ਰਾਜਾਂ ਵਿੱਚ ਜਿਸ ਤਰ੍ਹਾਂ ਅਸੀਂ ਕੇਂਦਰ ਬਾਰੇ ਪੜ੍ਹਿਆ, ਉਸੇ ਤਰ੍ਹਾਂ ਰਾਜਾਂ ਦੇ ਵਿੱਚ ਵੀ ਸੇਮ ਹੀ ਹੁੰਦਾ ਹੈ। ਮੰਤਰੀ ਪ੍ਰੀਸ਼ਦ ਤੇ ਵਿਧਾਨਪਾਲਿਕਾ ਦਾ ਕੰਟਰੋਲ। ਸੰਸਦੀ ਸਰਕਾਰ ਵਿੱਚ ਮੰਤਰੀ ਪ੍ਰੀਸ਼ਦ ਆਪਣੇ ਸਾਰੇ ਕਾਰਜਾਂ ਲਈ ਵਿਧਾਨਪਾਲਿਕਾ ਦੇ ਕੰਟਰੋਲ ਅਧੀਨ ਰਹਿ ਕੇ ਕਰਦੀ ਹੈ। ਕੇਂਦਰ ਵਿੱਚ ਸੰਸਦ ਅਤੇ ਰਾਜਾਂ ਵਿੱਚ ਵਿਧਾਨ ਮੰਡਲ ਮੰਤਰੀ ਪ੍ਰੀਸ਼ਦ ਨੂੰ ਪ੍ਰਸ਼ਨ ਅਤੇ ਪੂਰਕ ਪ੍ਰਸ਼ਨ ਪੁੱਛ ਕੇ ਰਾਜ ਪ੍ਰਬੰਧ ਸੰਬੰਧੀ ਜਾਣਕਾਰੀ ਪ੍ਰਾਪਤ ਕਰਕੇ ਮੰਤਰੀਆਂ ਵਿਰੁੱਧ ਨਿੰਦਾ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਧਿਆਨ ਦਿਵਾਊ ਤੇ ਕੰਮ ਰੋਕੂ ਪ੍ਰਸਤਾਵ ਆਦਿ ਪੇਸ਼ ਕਰਕੇ ਮੰਤਰੀਆਂ ਧਿਆਨ ਕਿਸੇ ਵੀ ਮਹੱਤਵਪੂਰਨ ਵਿਸ਼ੇ ਵੱਲ ਦਵਾ ਸਕਦੇ ਆ। ਹੁਣ ਇੱਕ ਗੱਲ ਮਹੱਤਵਪੂਰਨ ਹੈ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਵੀ ਮੰਤਰੀ ਪ੍ਰੀਸ਼ਦ ਹੈ ਜਿਹੜੀ, ਜਿਹਨੂੰ ਅਸੀਂ ਕਾਰਜਪਾਲਿਕਾ ਕਹਿ ਰਹੇ ਹਾਂ, ਉਹ ਵਿਧਾਨਪਾਲਿਕਾ ਦੇ ਕੰਟਰੋਲ ਅਧੀਨ ਹੈ। ਵਿਧਾਨਪਾਲਿਕਾ ਵੱਖ-ਵੱਖ ਤਰੀਕੇ ਨਾਲ ਕੰਟਰੋਲ ਰੱਖਦੀ ਹੈ। ਕਿਵੇਂ ਕੰਟਰੋਲ ਰੱਖਦੀ ਹੈ? ਜਦੋਂ ਸੰਸਦ ਦਾ ਸੈਸ਼ਨ ਬੈਠਾ ਹੁੰਦਾ ਰਾਜ ਸਭਾ ਜਾਂ ਲੋਕ ਸਭਾ ਦਾ, ਉਹਦੇ 'ਚ ਮੰਤਰੀਆਂ ਨੂੰ ਪ੍ਰਸ਼ਨ ਪੁੱਛੇ ਜਾਂਦੇ ਆ। ਪ੍ਰਸ਼ਨ ਕੌਣ ਪੁੱਛਦਾ? ਵਿਧਾਨਪਾਲਿਕਾ ਦੇ ਮੈਂਬਰ ਪ੍ਰਸ਼ਨ ਪੁੱਛ ਕੇ ਸੰਸਦ ਸੈਸ਼ਨ ਦੇ ਵਿੱਚ ਉਹ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਹੈ। ਰਾਜ ਪ੍ਰਬੰਧ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਕਿਸੇ ਮੰਤਰੀ ਤੋਂ। ਵਿਧਾਨਪਾਲਿਕਾ ਮੰਤਰੀਆਂ ਦੇ ਵਿਰੁੱਧ ਨਿੰਦਾ ਪ੍ਰਸਤਾਵ ਵੀ ਪਾਸ ਕਰ ਸਕਦੀ ਹੈ। ਨਿੰਦਾ ਪ੍ਰਸਤਾਵ ਪਾਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਜੇ 2/3 ਨਾਲ ਪਾਸ ਹੋ ਜਾਏ। ਅਵਿਸ਼ਵਾਸ ਪ੍ਰਸਤਾਵ ਪਾਸ ਕਰਦੀ ਹੈ, ਧਿਆਨ ਦਿਓ ਮਤਾ, ਕੰਮ ਰੋਕੂ ਮਤਾ, ਇਹ ਸਾਰੇ ਪ੍ਰਸਤਾਵ ਪਾਸ ਕਰਕੇ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਜਾਂ ਸਿੱਧੇ ਤੌਰ ਤੇ ਮੰਤਰੀ ਪ੍ਰੀਸ਼ਦ ਜਿਹੜੀ ਹੈਗੀ ਹੈ, ਕਾਰਜਪਾਲਿਕਾ ਸੇ ਮੰਤਰੀ ਪ੍ਰੀਸ਼ਦ ਨੂੰ ਕਹਿੰਦੇ ਆ, ਤਾਂ ਮੰਤਰੀ ਪ੍ਰੀਸ਼ਦ ਤੇ ਜਾਂ ਕਾਰਜਪਾਲਿਕਾ ਤੇ ਆਪਣਾ ਕੰਟਰੋਲ ਰੱਖਦੀ ਹੈ, ਨਿਯੰਤਰਣ ਰੱਖਦੀ ਹੈ। ਮੰਤਰੀ ਪ੍ਰੀਸ਼ਦ ਦੀ ਸਮੂਹਿਕ ਜ਼ਿੰਮੇਵਾਰੀ। ਸੰਸਦੀ ਸਰਕਾਰ ਵਿੱਚ
ਮੰਤਰੀ ਪ੍ਰੀਸ਼ਦ ਆਪਣੇ ਸਾਰੇ ਕਾਰਜਾਂ ਲਈ ਕੇਂਦਰ ਵਿੱਚ ਸੰਸਦ ਦੇ ਹੇਠਲੇ ਸਦਨ, ਹੇਠਲਾ ਸਦਨ ਕਿਹੜਾ ਹੈ? ਲੋਕ ਸਭਾ। ਸੰਸਦ ਦੇ ਦੋ ਸਦਨ ਹੁੰਦੇ ਆ, ਲੋਕ ਸਭਾ, ਰਾਜ ਸਭਾ। ਲੋਕ ਸਭਾ ਨੂੰ ਜਿਹੜਾ ਹੈਗਾ ਹੇਠਲਾ ਸਦਨ ਕਿਹਾ ਜਾਂਦਾ ਹੈ ਤੇ ਰਾਜ ਸਭਾ ਨੂੰ ਕਿਹੜਾ ਸਦਨ ਕਿਹਾ ਜਾਂਦਾ ਹੈ? ਉੱਪਰਲਾ ਸਦਨ। ਇਸ ਲਈ ਕਨਫਿਊਜ਼ ਨਹੀਂ ਹੋਣਾ, ਵੀ ਯਾਦ ਕਰ ਲਓ, ਲੋਕ ਸਭਾ ਹੇਠਲਾ ਸਦਨ ਜਿਹੜਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਇਹਨੂੰ ਪ੍ਰਤੀਨਿਧੀ ਸਦਨ ਵੀ ਕਹਿੰਦੇ ਆ। ਲੋਕ ਸਭਾ ਨੂੰ ਹੇਠਲਾ ਜਾਂ ਪ੍ਰਤੀਨਿਧੀ ਸਦਨ ਕਿਹਾ ਜਾਂਦਾ ਹੈ ਤੇ ਰਾਜ ਸਭਾ ਉੱਪਰਲਾ ਸਦਨ ਹੈ। ਇਸ ਨੂੰ ਜਿਹੜਾ ਹੈਗਾ ਇਹ ਰਾਜਾਂ ਦੁਆਰਾ ਚੁਣੇ ਗਏ ਮੈਂਬਰ ਹੁੰਦੇ ਇਹਦੇ ਵਿੱਚ। ਸੋ ਅਸੀਂ ਪੜ੍ਹ ਰਹੇ ਸੀ ਮੰਤਰੀ ਪ੍ਰੀਸ਼ਦ ਆਪਣੇ ਸਾਰੇ ਕਾਰਜਾਂ ਲਈ ਕੇਂਦਰ 'ਚ ਸੰਸਦ ਦੇ ਹੇਠਲੇ ਸਦਨ ਅਰਥਾਤ ਲੋਕ ਸਭਾ ਨੂੰ ਅਤੇ ਰਾਜਾਂ ਵਿੱਚ ਰਾਜ ਵਿਧਾਨ ਮੰਡਲਾਂ ਦੇ ਹੇਠਲੇ ਸਦਨ ਦੇ ਸਾਹਮਣੇ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦੀ ਹੈ। ਮੰਤਰੀ ਪ੍ਰੀਸ਼ਦ ਦੁਆਰਾ ਲਏ ਗਏ ਹਰ ਫੈਸਲੇ ਲਈ ਸਾਰੀ ਮੰਤਰੀ ਪ੍ਰੀਸ਼ਦ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦੀ ਹੈ। ਅਰਥਾਤ ਮੰਤਰੀ ਪ੍ਰੀਸ਼ਦ ਦੇ ਵਿੱਚ ਕੋਈ ਵੀ ਫੈਸਲਾ ਲਿਆ ਜਾਂਦਾ ਹੈ, ਉਹਦੇ ਵਿੱਚ ਜੇ ਉਹ ਫੈਸਲਾ ਗਲਤ ਸਾਬਤ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਸਿਰਫ ਜਿਹੜਾ ਸੰਬੰਧਿਤ ਮੰਤਰੀ ਹੈ ਉਹਦੇ 'ਤੇ ਨਹੀਂ ਹੋਏਗੀ, ਬਲਕਿ ਸਾਰੀ ਮੰਤਰੀ ਪ੍ਰੀਸ਼ਦ ਹੀ ਜ਼ਿੰਮੇਵਾਰ ਹੋਏਗੀ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੰਤਰੀ ਇਕੱਠੇ ਡੁੱਬਦੇ ਤੇ ਇਕੱਠੇ ਤਰਦੇ ਹਨ। ਮੰਨ ਲਓ ਕਿਸੇ ਇੱਕ ਮੰਤਰੀ ਦੀ ਗਲਤੀ ਕਰਕੇ ਉਹਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਪੂਰੀ ਦੀ ਪੂਰੀ ਮੰਤਰੀ ਪ੍ਰੀਸ਼ਦ ਨੂੰ ਹੀ ਅਸਤੀਫਾ ਦੇਣਾ ਪੈਂਦਾ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 75(3) ਦੇ ਅਨੁਸਾਰ ਮੰਤਰੀ ਪ੍ਰੀਸ਼ਦ ਸਮੂਹਿਕ ਰੂਪ ਵਿੱਚ ਲੋਕ ਸਭਾ ਦੇ ਸਾਹਮਣੇ ਜ਼ਿੰਮੇਵਾਰ ਹੋਵੇਗੀ। ਇਸ ਦਾ ਭਾਵ ਹੈ ਕਿ ਸੰਸਦ ਜਾਂ ਵਿਧਾਨ ਮੰਡਲ ਵਿੱਚ ਕਿਸੇ ਇੱਕ ਮੰਤਰੀ ਵਿਰੁੱਧ ਪਾਸ ਕੀਤੇ ਗਏ ਨਿੰਦਾ ਪ੍ਰਸਤਾਵ ਲਈ ਸਾਰੀ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਹੈ। ਵਿਅਕਤੀਗਤ ਜ਼ਿੰਮੇਵਾਰੀ। ਸਮੂਹਿਕ ਜ਼ਿੰਮੇਵਾਰੀ ਦੇ ਨਾਲ ਨਾਲ ਹਰ ਮੰਤਰੀ ਨੂੰ ਆਪਣੀ ਵਿਅਕਤੀਗਤ ਜ਼ਿੰਮੇਵਾਰੀ ਵੀ ਅਦਾ ਕਰਨੀ ਪੈਂਦੀ ਹੈ। ਹਰ ਮੰਤਰੀ ਵਿਅਕਤੀਗਤ ਰੂਪ ਵਿੱਚ ਆਪਣੇ ਮਹਿਕਮੇ ਦਾ ਪ੍ਰਬੰਧ ਚਲਾਉਣ ਲਈ ਵੀ ਜ਼ਿੰਮੇਵਾਰ ਹੁੰਦਾ ਹੈ। ਉਹ ਆਪਣੇ ਮਹਿਕਮੇ ਨਾਲ ਸੰਬੰਧਿਤ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ ਅਤੇ ਕਈ ਵਾਰੀ ਇਸ ਨੂੰ ਆਪਣੇ ਮਹਿਕਮੇ ਦੀਆਂ ਨੀਤੀਆਂ ਅਸਫਲ ਹੋਣ ਦੀ ਸੂਰਤ 'ਚ ਇਕੱਲੇ ਨੂੰ ਅਸਤੀਫਾ ਦੇਣਾ ਪੈਂਦਾ ਹੈ। 1962 ਵਿੱਚ ਚੀਨ ਦੇ ਹਮਲੇ ਪਿੱਛੋਂ ਰੱਖਿਆ ਮੰਤਰੀ ਸ਼੍ਰੀ ਕ੍ਰਿਸ਼ਨ ਮੈਨਨ ਨੇ ਅਸਤੀਫਾ ਦੇ ਦਿੱਤਾ ਸੀ। ਸੋ ਇਸ ਤਰ੍ਹਾਂ ਦੋ ਤਰ੍ਹਾਂ ਦੀ ਜ਼ਿੰਮੇਵਾਰੀ ਹੈ, ਸਮੂਹਿਕ ਤੇ ਵਿਅਕਤੀਗਤ। ਸਮੂਹਿਕ 'ਚ ਆਪਾਂ ਪੜ੍ਹ ਚੁੱਕੇ ਹਾਂ ਕਿ ਜੇਕਰ ਵਿਧਾਨ ਪਾਲਿਕਾ ਕਿਸੇ ਮੰਤਰੀ ਦੇ ਵਿਰੁੱਧ ਜਾਂ ਕਿਸੇ ਨੀਤੀ ਦੇ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕਰਦੀ ਹੈ ਤਾਂ ਪੂਰੀ ਦੀ ਪੂਰੀ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਸੀ। ਇਹਨੂੰ ਕਹਿੰਦੇ ਸਮੂਹਿਕ ਜ਼ਿੰਮੇਵਾਰੀ ਦਾ ਸਿਧਾਂਤ। ਤੇ ਵਿਅਕਤੀਗਤ ਜ਼ਿੰਮੇਵਾਰੀ ਕੀ ਹੈ ਕਿ ਮੰਤਰੀ ਆਪਣੇ ਮਹਿਕਮੇ ਲਈ ਜ਼ਿੰਮੇਵਾਰ ਹੈ। ਉਹਨੂੰ ਸਵਾਲ ਪੁੱਛਿਆ ਜਾ ਸਕਦਾ, ਉਹਨੂੰ ਜਿਹੜਾ ਹੈਗਾ ਮਹਿਕਮੇ ਦੀ ਨੀਤੀ ਜੇਕਰ ਅਸਫਲ ਹੁੰਦੀ ਹੈ ਤਾਂ ਉਹਨੂੰ ਅਸਤੀਫਾ ਦੇਣਾ ਪੈ ਸਕਦਾ। ਪਰ ਇੱਥੇ ਅਸਤੀਫਾ ਵਿਧਾਨ ਪਾਲਿਕਾ ਨਹੀਂ ਲਊਗੀ, ਅਸਤੀਫਾ ਲਊਗਾ ਪ੍ਰਧਾਨ ਮੰਤਰੀ, ਜਾਂ ਜੇ ਰਾਜ ਦੀ ਗੱਲ ਹੈ ਤਾਂ ਲਊਗਾ ਮੁੱਖ ਮੰਤਰੀ। ਇਸ ਲਈ ਵਿਅਕਤੀਗਤ ਜ਼ਿੰਮੇਵਾਰੀ ਦੇ ਵਿੱਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਮੰਤਰੀ ਤੋਂ ਅਸਤੀਫਾ ਲੈ ਸਕਦਾ ਹੈ ਉਹਦਾ ਕੋਈ ਕੰਮ ਗਲਤ ਹੋਣ ਦੀ ਸੂਰਤ ਵਿੱਚ ਜਾਂ ਨੀਤੀ ਸਫਲ ਹੋਣ ਵਿੱਚ। ਤੇ ਜੇਕਰ ਵਿਧਾਨ ਪਾਲਿਕਾ ਨਿੰਦਾ ਪ੍ਰਸਤਾਵ ਪੇਸ਼ ਕਰਦੀ ਹੈ ਤਾਂ ਫਿਰ ਪੂਰੀ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਹੈ। ਦੋਨਾਂ ਗੱਲਾਂ ਦੇ ਵਿੱਚ ਧਿਆਨ ਰੱਖਣਾ, ਵਿਅਕਤੀਗਤ ਜ਼ਿੰਮੇਵਾਰੀ ਵੀ ਹੈ, ਸਮੂਹਿਕ ਵੀ ਹੈ। ਅਗਲਾ ਹੈਗਾ ਜੀ ਪੁਆਇੰਟ, ਮੰਤਰੀ ਪ੍ਰੀਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਇਹ ਗੱਲ ਬਿਲਕੁਲ ਯਾਦ ਰੱਖਣੀ ਹੈ। ਜੇਕਰ ਤੁਹਾਨੂੰ ਕੁਐਸਚਨ ਆਉਂਦਾ ਕਿ ਮੰਤਰੀ ਪ੍ਰੀਸ਼ਦ ਦੀ ਮਿਆਦ ਕਿੰਨੀ ਹੁੰਦੀ ਹੈ, ਅਸੀਂ ਲੋਕ ਸਭਾ ਦੀ ਕਹਿ ਸਕਦੇ ਹਾਂ 5 ਸਾਲ ਹੁੰਦੀ ਹੈ, ਮੰਤਰੀ ਪ੍ਰੀਸ਼ਦ ਦੀ ਨਿਸ਼ਚਿਤ ਹੀ ਨਹੀਂ ਹੁੰਦੀਗੀ। ਖਾਸ ਕਰਕੇ ਸੰਸਦੀ ਸਰਕਾਰ ਦੇ ਵਿੱਚ ਮੰਤਰੀ ਪ੍ਰੀਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਮੰਤਰੀ ਪ੍ਰੀਸ਼ਦ ਵਿਧਾਨ ਪਾਲਿਕਾ ਦੇ ਹੇਠਲੇ ਸਦਨ ਵਿੱਚ ਬਹੁ ਸੰਮਤੀ ਦੇ ਵਿਸ਼ਵਾਸ ਤੱਕ ਅਹੁਦੇ 'ਤੇ ਰਹਿੰਦਾ ਹੈ। ਜਦੋਂ ਤੱਕ ਵਿਧਾਨ ਪਾਲਿਕਾ ਦੀ ਬਹੁ ਸੰਮਤੀ ਦਾ ਵਿਸ਼ਵਾਸ ਹੈ ਮੰਤਰੀ ਪ੍ਰੀਸ਼ਦ ਕੰਮ ਕਰੇਗੀ ਅਹੁਦੇ 'ਤੇ। ਜੇਕਰ ਵਿਸ਼ਵਾਸ ਖੁੱਸਦਾ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪੈਂਦਾ ਹੈ। ਭਾਰਤ ਵਿੱਚ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਲੋਕ ਸਭਾ ਅਤੇ ਰਾਜਾਂ ਵਿੱਚ ਵਿਧਾਨ ਸਭਾ ਵਿੱਚ ਪ੍ਰਾਪਤ ਬਹੁ ਸੰਮਤੀ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿੰਦੇ ਹਨ। ਬਹੁ ਸੰਮਤੀ ਦਾ ਵਿਸ਼ਵਾਸ ਕੀ ਹੁੰਦਾ ਕਿ ਅੱਧੇ ਤੋਂ ਜ਼ਿਆਦਾ, ਅੱਧੇ ਤੋਂ ਇੱਕ ਵੱਧ ਜਿਹੜਾ ਮੈਂਬਰ ਹੈਗਾ ਉਹ ਜਿਹੜਾ ਹੈਗਾ ਮੰਤਰੀ ਪ੍ਰੀਸ਼ਦ ਦਾ ਉਹਦੇ ਕੋਲ ਸਮਰਥਨ ਹੋਣਾ ਚਾਹੀਦਾ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ। ਹਰਮਨ ਪਿਆਰੇ ਸਦਨ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ। ਸੰਸਦੀ ਸਰਕਾਰ ਵਿੱਚ ਕੇਵਲ ਮੰਤਰੀ ਪ੍ਰੀਸ਼ਦ ਨੂੰ ਹੀ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਭੰਗ ਨਹੀਂ ਕੀਤਾ ਜਾ ਸਕਦਾ, ਸਗੋਂ ਵਿਧਾਨ ਪਾਲਿਕਾ ਦੇ ਹੇਠਲੇ ਸਦਨ, ਜਿਸ ਨੂੰ ਹਰਮਨ ਪਿਆਰਾ ਜਾਂ ਪ੍ਰਤੀਨਿਧੀ ਸਦਨ ਵੀ ਕਿਹਾ ਜਾਂਦਾ ਹੈ, ਨੂੰ ਵੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ ਹੈ। ਅਸੀਂ ਪੜ੍ਹ ਚੁੱਕੇ ਹਾਂ ਲੋਕ ਸਭਾ ਦੇ ਸੰਸਦ ਦੇ ਦੋ ਸਦਨ ਹੈ, ਲੋਕ ਸਭਾ ਤੇ ਰਾਜ ਸਭਾ। ਰਾਜ ਸਭਾ ਉੱਪਰਲਾ ਸਦਨ ਹੈ, ਲੋਕ ਸਭਾ ਹੇਠਲਾ ਸਦਨ ਹੈ। ਇਹਨੂੰ ਹਰਮਨ ਪਿਆਰਾ ਜਾਂ ਪ੍ਰਤੀਨਿਧੀ ਸਦਨ ਵੀ ਕਿਹਾ ਜਾਂਦਾ ਹੈ। ਇਸ ਨੂੰ ਵੀ ਜਿਹੜਾ ਹੈਗਾ ਮੰਤਰੀ ਪ੍ਰੀਸ਼ਦ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਲੋਕ ਸਭਾ ਨੂੰ ਭੰਗ ਕਰਨ ਲਈ ਮਤਾ ਪਾਸ ਕਰ ਸਕਦੀ ਹੈ। ਵਿਧਾਨ ਪਾਲਿਕਾ ਜਿਹੜੀ ਹੈਗੀ ਹੈ ਉਹਦੇ ਵਿੱਚ ਹੇਠਲੇ ਸਦਨ ਨੂੰ ਵੀ ਸਮੇਂ ਤੋਂ ਪਹਿਲਾਂ ਜਿਹੜਾ ਭੰਗ ਕੀਤਾ ਜਾ ਸਕਦਾ ਹੈ। ਰਾਜਨੀਤਿਕ ਇਕਰੂਪਤਾ।
ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਮੰਤਰੀ ਪ੍ਰੀਸ਼ਦ ਦਾ ਗਠਨ ਆਮ ਤੌਰ ਤੇ ਇੱਕ ਹੀ ਰਾਜਨੀਤਿਕ ਦਲ ਵਿੱਚੋਂ ਕੀਤਾ ਜਾਂਦਾ ਹੈ। ਇਸ ਕਰਕੇ ਸਾਰੇ ਮੰਤਰੀਆਂ ਦੇ ਵਿਚਾਰਾਂ ਵਿੱਚ ਰਾਜਨੀਤਿਕ ਇਕਰੂਪਤਾ ਪਾਈ ਜਾਂਦੀ ਹੈ ਅਤੇ ਉਹ ਸਾਰੇ ਇੱਕ ਰਾਜਨੀਤਿਕ ਇਕਾਈ ਦੇ ਰੂਪ ਵਿੱਚ ਕੰਮ ਕਰਦੇ ਹਨ। ਜੇਕਰ ਮੰਤਰੀਆਂ ਵਿਚਕਾਰ ਰਾਜਨੀਤਿਕ ਇਕਰੂਪਤਾ ਨਹੀਂ ਹੋਵੇਗੀ ਤਾਂ ਉਹਨਾਂ ਵਿਚਕਾਰ ਆਪਸੀ ਮਤਭੇਦ ਪੈਦਾ ਹੋਣਗੇ, ਜਿਸ ਨਾਲ ਰਾਜ ਪ੍ਰਬੰਧ ਨੂੰ ਨੁਕਸਾਨ ਹੋਵੇਗਾ। ਰਾਜਨੀਤਿਕ ਇਕਰੂਪਤਾ ਦੀ ਅਣਹੋਂਦ ਕਰਕੇ ਹੀ ਸੰਸਦੀ ਸਰਕਾਰ ਵਿੱਚ ਮਿਲੇ ਜੁਲੇ ਮੰਤਰੀ ਮੰਡਲ ਬਹੁਤ ਦੇਰੀ ਕਾਇਮ ਨਹੀਂ ਰਹਿ ਸਕਦੇ। ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੂੰ ਰਾਜਨੀਤਿਕ ਇਕਰੂਪਤਾ ਦੀ ਘਾਟ ਕਾਰਨ ਹੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸੋ ਰਾਜਨੀਤਿਕ ਇਕਰੂਪਤਾ ਕੀ ਹੈ ਕਿ ਜਿੰਨੀ ਵੀ ਮੰਤਰੀ ਪ੍ਰੀਸ਼ਦ ਚੁਣੀ ਕਾਹਤੇ ਜਾਂਦੀ ਹੈ, ਲੋਕ ਸਭਾ ਰਾਜ ਸਭਾ ਦੇ ਵਿੱਚੋਂ। ਸੋ ਸੰਸਦੀ ਪ੍ਰਣਾਲੀ ਜਿਹੜੀ ਮੰਤਰੀ ਪ੍ਰੀਸ਼ਦ ਉਹਦਾ ਗਠਨ ਇੱਕ ਹੀ ਰਾਜਨੀਤਿਕ ਦਲ ਚੋਂ ਕੀਤਾ ਜਾਂਦਾ ਜ਼ਿਆਦਾਤਰ। ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਵੀ ਉਸੇ ਦਲ ਚੋਂ ਹੀ ਲੈਣੇ ਆ ਜੀ, ਕਿਉਂਕਿ ਹੁਣ ਤਾਂ ਇਹਨਾਂ ਦੋ ਸਰਕਾਰਾਂ ਨੂੰ ਛੱਡ ਦਈਏ, ਪਿੱਛੇ ਜਿਹੜੀਆਂ ਸੀਗੀਆਂ ਕਈ ਰਾਜਨੀਤਿਕ ਦਲ ਮਿਲ ਕੇ ਸਰਕਾਰਾਂ ਬਣਾਉਂਦੇ ਸੀ ਅਤੇ ਸਾਰੇ ਰਾਜਨੀਤਿਕ ਦਲਾਂ ਦੇ ਥੋੜ੍ਹੇ ਥੋੜ੍ਹੇ ਮੈਂਬਰਾਂ ਨੂੰ ਮੰਤਰੀ ਪ੍ਰੀਸ਼ਦ ਲਿਆ ਜਾਂਦਾ ਸੀਗਾ। ਪਰ ਸੰਸਦੀ ਸਰਕਾਰ ਦੇ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਕਿ ਜ਼ਿਆਦਾ ਜਿਹੜੇ ਮੰਤਰੀ ਆ ਉਹ ਜਿਹੜੀ ਪਾਰਟੀ ਨੂੰ, ਜਿਹੜੇ ਰਾਜਨੀਤਿਕ ਦਲ ਨੂੰ ਵਿਧਾਨ ਪਾਲਿਕਾ ਦੇ ਬਹੁਮਤ ਦਾ ਵਿਸ਼ਵਾਸ ਪ੍ਰਾਪਤ ਹੁੰਦਾ ਹੈ, ਉਸੇ ਦਲ ਦੇ ਹੀ ਮੰਤਰੀ ਹੁੰਦੇ ਆ। ਸੋ ਸਾਰੇ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦੇ, ਉਹਨਾਂ 'ਚ ਅਨੁਸ਼ਾਸਨ ਹੁੰਦਾ ਹੈ, ਆਪਸੀ ਮਤਭੇਦ ਘੱਟ ਹੁੰਦੇ ਆ, ਜਿਹਦੇ ਨਾਲ ਰਾਜ ਪ੍ਰਬੰਧ ਨੂੰ ਨੁਕਸਾਨ ਨਹੀਂ ਹੁੰਦਾ ਗਾ। ਜੇਕਰ ਰਾਜਨੀਤਿਕ ਇਕਰੂਪਤਾ ਨਹੀਂ ਹੋਵੇਗੀ ਤਾਂ ਫਿਰ ਉਹਨਾਂ 'ਚ ਆਪਸੀ ਮਤਭੇਦ ਵੀ ਵਧਣਗੇ, ਖਿੱਚੋਤਾਣ ਵੀ ਵਧੇਗੀ ਅਤੇ ਰਾਜ ਪ੍ਰਬੰਧ ਨੂੰ ਥੋੜ੍ਹਾ ਨੁਕਸਾਨ ਹੁੰਦਾ ਹੈ। ਸੰਸਦੀ ਪ੍ਰਣਾਲੀ ਵਿੱਚ ਜ਼ਰੂਰੀ ਨਹੀਂ ਹੈ ਕਿ ਰਾਜਨੀਤਿਕ ਇਕਰੂਪਤਾ ਹੋਵੇ ਹੀ ਹੋਵੇ, ਪਰ ਜ਼ਿਆਦਾਤਰ ਹੁੰਦੀ ਹੈ, ਕਿਉਂਕਿ ਜਿਹੜੀ ਪਾਰਟੀ ਵੱਡੀ ਪਾਰਟੀ ਹੁੰਦੀ ਹੈ, ਜਿਹਦੇ ਕੋਲ ਜ਼ਿਆਦਾ ਸੀਟਾਂ ਹੁੰਦੀਆਂ, ਜ਼ਿਆਦਾਤਰ ਮੰਤਰੀ ਉਹਦੇ ਹੀ ਹੁੰਦੇ ਆ। ਹੁਣ ਜਿਵੇਂ ਪਿੱਛੇ 16ਵੀਂ ਅਤੇ 17ਵੀਂ ਲੋਕ ਸਭਾ ਉਹਦੇ 'ਚ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਜਾਂ ਕਹਿ ਲਓ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਰਕਾਰ ਕੰਮ ਕਰ ਰਹੀ ਹੈ, ਤਾਂ ਜ਼ਿਆਦਾ ਮੰਤਰੀ ਉਹਦੇ ਹੀ ਹੈ ਕਿਉਂਕਿ ਉਹਨਾਂ ਕੋਲ ਸਪਸ਼ਟ ਬਹੁਮਤ ਸੀ। ਪਰ ਉਸ ਤੋਂ ਪਹਿਲਾਂ ਜਿਹੜੀਆਂ ਦੋ ਕਾਂਗਰਸ ਦੀਆਂ ਸਰਕਾਰਾਂ ਬਣੀਆਂ, ਉਸ ਤੋਂ ਪਹਿਲਾਂ ਜਿਹੜੀ ਬੀਜੇਪੀ ਦੀ ਗੌਰਮੈਂਟ ਸੀ, ਉਹ ਹੰਗ ਪਾਰਲੀਮੈਂਟ ਸੀ, ਉਹ 'ਚ ਕਈ ਰਾਜਨੀਤਿਕ ਦਲਾਂ ਨੇ ਮਿਲ ਕੇ ਸਰਕਾਰ ਬਣਾਈ ਸੀ, ਤਾਂ ਉਹਦੇ 'ਚ ਰਾਜਨੀਤਿਕ ਇਕਰੂਪਤਾ ਦੀ ਜਿਹੜੀ ਕਮੀ ਸੀਗੀ। ਇਸ ਤੋਂ ਬਾਅਦ ਆ ਗੁਪਤਤਾ। ਸੰਸਦੀ ਸਰਕਾਰ ਵਿੱਚ ਸਰਕਾਰ ਦੇ ਭੇਦਾਂ ਨੂੰ ਗੁਪਤ ਰੱਖਿਆ ਜਾਂਦਾ ਹੈ ਅਤੇ ਜਨਤਾ ਦੇ ਸਾਹਮਣੇ ਪ੍ਰਗਟ ਨਹੀਂ ਕੀਤਾ ਜਾਂਦਾ। ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਮੰਤਰੀਆਂ ਨੂੰ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਕ੍ਰਮਵਾਰ ਰਾਸ਼ਟਰਪਤੀ ਅਤੇ ਰਾਜਪਾਲ ਦੁਆਰਾ ਗੁਪਤਤਾ ਦੀ ਸਹੁੰ ਚੁਕਾਈ ਜਾਂਦੀ ਹੈ। ਤੁਸੀਂ ਸੁਣਿਆ ਹੋਵੇਗਾ, ਜਦੋਂ ਨਵੀਂ ਸਰਕਾਰ ਚੁਣੀਦੀ ਹੈ ਤਾਂ ਪ੍ਰਧਾਨ ਮੰਤਰੀ ਇੱਕ ਸੂਚੀ ਜਿਹੜੀ ਰਾਸ਼ਟਰਪਤੀ ਨੂੰ ਸੌਂਪਦਾ ਕਿ ਇਹ ਮੇਰੇ ਮੰਤਰੀ ਹੈ, ਇਹਨਾਂ ਵਿਅਕਤੀਆਂ ਨੂੰ ਜਿਹੜਾ ਮੰਤਰੀ ਪਦ ਜਿਹੜੇ ਦੇਣੇ ਆ, ਤਾਂ ਉਹਨਾਂ ਨੂੰ ਕੇਂਦਰ ਸਰਕਾਰ ਦੇ ਵਿੱਚ ਰਾਸ਼ਟਰਪਤੀ ਅਤੇ ਰਾਜਾਂ ਵਿੱਚ ਰਾਜਪਾਲ ਗੁਪਤਤਾ ਦੀ ਸਹੁੰ ਚੁਕਾਉਂਦਾ ਕਿ ਉਹ ਮੰਤਰੀ ਪ੍ਰੀਸ਼ਦ ਦੇ ਫੈਸਲਿਆਂ ਨੂੰ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈਗਾ ਉਹ ਬਾਹਰ ਨਹੀਂ ਦੱਸਣਗੇ, ਗੁਪਤ ਰੱਖਣਗੇ। ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ। ਸੰਸਦੀ ਪ੍ਰਣਾਲੀ ਦੀ ਸਰਕਾਰ 'ਚ ਕੀ ਹੁੰਦਾ? ਵਿਰੋਧੀ ਦਲ ਦਾ ਵਿਸ਼ੇਸ਼ ਮਹੱਤਵ ਹੈ। ਜਿਹੜਾ ਰਾਜਨੀਤਿਕ ਦਲ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰਦਾ ਉਹ ਸਰਕਾਰ ਬਣਾਉਂਦਾ, ਅਤੇ ਜਿਹੜੇ ਰਾਜਨੀਤਿਕ ਦਲ ਜਿਹੜੇ ਸੱਤਾ ਦੇ ਵਿੱਚ ਨਹੀਂ ਹੁੰਦੇ ਉਹ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਆ। ਪਰ ਉਹਦੇ ਨਾਲ ਹੀ ਇੱਕ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਵਿਰੋਧੀ ਦਲ ਨੂੰ, ਇਹ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦਾ ਹੈ। ਲੋੜ ਪੈਣ 'ਤੇ ਸਰਕਾਰ ਦਾ ਬਦਲ ਵੀ ਪ੍ਰਦਾਨ ਕਰਦਾ ਹੈ। ਜੇ ਮੰਨ ਲਓ ਸੱਤਾਧਾਰੀ ਪਾਰਟੀ ਦੇ ਕੋਲ ਬਹੁਮਤ ਦਾ ਵਿਸ਼ਵਾਸ ਨਹੀਂ ਰਹਿੰਦਾ ਵਿਧਾਨ ਪਾਲਿਕਾ ਦੇ, ਤਾਂ ਫਿਰ ਵਿਰੋਧੀ ਦਲ ਸਰਕਾਰ ਬਣਾਉਣ ਦਾ ਬਦਲ ਪੇਸ਼ ਕਰ ਸਕਦਾ ਹੈ। ਅਤੇ ਨਾਲ ਹੀ 1977 ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ ਸੰਸਦ ਅਤੇ ਰਾਜ ਵਿਧਾਨ ਮੰਡਲਾਂ ਵਿੱਚ। ਕਾਨੂੰਨ ਕੀ ਪਾਸ ਕੀਤਾ ਗਿਆ ਕਿ ਸੰਸਦ ਵਿੱਚ ਅਤੇ ਰਾਜ ਵਿਧਾਨ ਮੰਡਲਾਂ ਦੇ ਵਿੱਚ ਵਿਰੋਧੀ ਦਲ ਦੇ ਨੇਤਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ। ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਣੀਆਂ ਪ੍ਰਵਾਨ ਕੀਤੀਆਂ ਜਿਹੜੀਆਂ ਕੈਬਨਿਟ ਮੰਤਰੀ ਨੂੰ ਮਿਲਦੀਆਂ ਹਨ। ਵਿਰੋਧੀ ਦਲ ਦੇ ਨੇਤਾ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸਦਨ ਦੇ ਸਮੁੱਚੇ ਮੈਂਬਰਾਂ ਦਾ 1/10 ਹਿੱਸਾ ਉਸ ਪਾਰਟੀ ਕੋਲ ਹੋਣਾ ਚਾਹੀਦਾ ਹੈ। ਹਾਂ, ਅਰਥਾਤ ਜਿਹੜਾ ਵਿਰੋਧੀ ਦਲ ਦਾ ਨੇਤਾ ਹੈ ਉਹਨੂੰ ਕੈਬਨਿਟ ਮੰਤਰੀ ਦੇ ਬਰਾਬਰ ਤਨਖਾਹ ਅਤੇ ਭੱਤੇ ਦਿੱਤੇ ਜਾਣਗੇ, ਪਰ ਉਹਦੇ ਨਾਲ ਇੱਕ ਸ਼ਰਤ ਹੈ ਕਿ ਜਿਹੜਾ ਵਿਰੋਧੀ ਦਲ ਹੈ ਕਿਸੇ ਵੀ ਪਾਰਟੀ ਨੂੰ ਨਹੀਂ ਦਿੱਤਾ ਜਾ ਸਕਦਾ। ਜਿਹੜੀ ਪਾਰਟੀ ਕੋਲੇ ਸਭ ਤੋਂ ਵੱਧ ਸੀਟਾਂ ਨੇ, ਹਾਰੀਆਂ ਹੋਈਆਂ ਪਾਰਟੀਆਂ ਨੇ, ਸੱਤਾਧਾਰੀ ਪਾਰਟੀ ਤੋਂ ਬਿਨਾਂ ਬਾਕੀ ਪਾਰਟੀਆਂ ਨਹੀਂ ਬਚ ਗਈਆਂ, ਉਹਨਾਂ ਜਿਹਦੇ ਕੋਲ ਸਭ ਤੋਂ ਵੱਧ ਸੀਟਾਂ ਅਤੇ ਨਾਲ ਹੀ ਉਹਦੇ ਕੋਲ 1/10 ਅਰਥਾਤ ਜਿੰਨੀਆਂ ਵੀ ਕੁੱਲ ਸੀਟਾਂ, ਜੇਕਰ ਰਾਜ ਵਿਧਾਨ ਮੰਡਲ ਹੈ ਤਾਂ ਉਹਦੀਆਂ ਕੁੱਲ ਸੀਟਾਂ, ਅਤੇ ਜੇਕਰ ਕੇਂਦਰ ਸਰਕਾਰ ਹੈ ਤਾਂ ਲੋਕ ਸਭਾ ਦੀਆਂ ਕੁੱਲ ਸੀਟਾਂ, ਉਹਨਾਂ ਦਾ ਘੱਟੋ ਘੱਟ 10%, ਉਹਨਾਂ ਦਾ ਘੱਟੋ ਘੱਟ 10% ਜਿਹੜਾ ਉਹਨਾਂ ਕੋਲ ਹੋਣਾ ਚਾਹੀਦਾ, ਫਿਰ ਹੀ ਉਹਨੂੰ ਵਿਰੋਧੀ ਦਲ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ। ਹੁਣ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੀ 16ਵੀਂ ਲੋਕ ਸਭਾ ਅਤੇ 17ਵੀਂ ਲੋਕ ਸਭਾ ਜਿਹਦੇ 'ਚ ਬੀਜੇਪੀ ਸਰਕਾਰ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ, ਦੋਨਾਂ ਵਿੱਚ ਕਾਂਗਰਸ ਪਾਰਟੀ ਵਿਰੋਧੀ ਦਲ ਹੈ, ਬੀਜੇਪੀ ਸੱਤਾਧਾਰੀ ਪਾਰਟੀ ਹੈ, ਅਤੇ ਉਸ ਤੋਂ ਬਾਅਦ ਕਾਂਗਰਸ ਕੋਲ ਸੀਟਾਂ ਨੇ। ਪਰ ਦੋਨਾਂ ਟਰਮਾਂ ਦੇ ਵਿੱਚ ਕਾਂਗਰਸ ਕੋਲੇ
ਜਿਹੜੀਆਂ 10ਵੇਂ ਹਿੱਸੇ ਤੋਂ ਘੱਟ ਸੀਟਾਂ, 1/10 ਜਿਹੜਾ ਹਿੱਸਾ ਹੈ ਉਹ ਕੁੱਲ ਸੀਟਾਂ ਦੇ ਉਸ ਤੋਂ ਘੱਟ ਸੀਟਾਂ, ਇਸ ਕਰਕੇ 16ਵੀਂ ਤੇ 17ਵੀਂ 'ਚ ਕਿਸੇ ਵੀ ਰਾਜਨੀਤਿਕ ਦਲ ਨੂੰ ਕਾਨੂੰਨੀ ਤੌਰ 'ਤੇ ਵਿਰੋਧੀ ਦਲ ਦੀ ਮਾਨਤਾ ਪ੍ਰਦਾਨ ਨਹੀਂ ਕੀਤੀ ਜਾ ਸਕੀ ਹੈ, ਕਿਉਂਕਿ ਕਿਸੇ ਵੀ ਦਲ ਕੋਲ 10ਵਾਂ ਹਿੱਸਾ ਦੇ ਬਰਾਬਰ ਸੀਟਾਂ ਨਹੀਂ ਸਨ। ਅਗਲਾ ਪੁਆਇੰਟ ਆ ਗਿਆ ਜੀ, ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਹੈ। ਆਮ ਤੌਰ 'ਤੇ ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ ਗਾ, ਅਰਥਾਤ ਕਿੰਨੇ ਮੰਤਰੀ ਬਣਾਉਣੇ ਆ, ਵਿਧਾਨ ਪਾਲਿਕਾ ਦੇ ਮੈਂਬਰਾਂ ਦੇ ਵਿੱਚੋਂ ਕਿੰਨੇ ਮੰਤਰੀ ਬਣਾਏ ਜਾ ਸਕਦੇ ਆ, ਸੰਸਦੀ ਪ੍ਰਣਾਲੀ 'ਚ ਨਿਸ਼ਚਿਤ ਨਹੀਂ ਹੁੰਦਾ ਗਾ। ਇਹ ਪ੍ਰਧਾਨ ਮੰਤਰੀ ਦੀ ਇੱਛਾ 'ਤੇ ਛੱਡ ਦਿੱਤਾ ਜਾਂਦਾ ਹੈ ਕਿ ਕਿੰਨੇ ਲੋਕਾਂ ਨੂੰ, ਕਿੰਨੇ ਵਿਧਾਨ ਪਾਲਿਕਾ ਦੇ ਮੈਂਬਰਾਂ ਨੂੰ ਉਹ ਮੰਤਰੀ ਪਦ ਗ੍ਰਹਿਣ ਕਰਵਾਉਣਾ ਚਾਹੁੰਦਾ ਹੈ ਜਾਂ ਮੰਤਰੀ ਪ੍ਰੀਸ਼ਦ ਲੈਣਾ ਚਾਹੁੰਦਾ ਹੈ। ਇਸ ਕਰਕੇ ਹੀ ਭਾਰਤ 'ਚ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਬਣੇ ਵੱਖ-ਵੱਖ ਮੰਤਰੀ ਪ੍ਰੀਸ਼ਦ ਦਾ ਆਕਾਰ ਵੀ ਭਿੰਨ-ਭਿੰਨ ਰਿਹਾ ਹੈ। ਦਸੰਬਰ 2003 'ਚ ਸੰਵਿਧਾਨ 'ਚ ਕੀਤੀ ਗਈ 91ਵੀਂ ਸੋਧ ਅਧੀਨ ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਕੀਤਾ ਗਿਆ ਹੈ। ਹਾਂ, ਤਾਂ ਫਿਰ ਕੀ ਕੀਤਾ, ਕਿਉਂਕਿ ਮੰਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਜਦੋਂ ਮੰਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਊਗੀ ਤਾਂ ਉਹਦਾ ਨੁਕਸਾਨ ਇਹ ਹੋਏਗਾ ਕਿ ਉਹਦੇ ਨਾਲ ਸਾਡਾ ਬਹੁਤ ਸਾਰਾ ਜਿਹੜਾ ਸਾਡੇ ਦੇਸ਼ ਦਾ ਧਨ ਹੈ ਉਹ ਅਜਾਈ ਚਲਾ ਗਿਆ। ਮੰਤਰੀ ਨੂੰ ਤਨਖਾਹ, ਭੱਤੇ, ਸਹੂਲਤਾਂ, ਸਿਕਿਉਰਿਟੀ, ਉਹ ਸਾਰਾ ਕੁਝ ਦੇਣਾ ਪੈਂਦਾ, ਤਾਂ ਉਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰਾ ਧਨ ਜਿਹੜਾ ਹੈਗਾ ਉਹਦਾ ਨੁਕਸਾਨ ਹੁੰਦਾ ਹੈਗਾ। ਤਾਂ ਇੱਕ ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਕੀਤਾ ਗਿਆ ਭਾਰਤ ਦੇ ਵਿੱਚ ਕਿ ਇਸ ਤੋਂ ਵੱਧ ਮੰਤਰੀ ਨਹੀਂ ਹੋਣੇ ਚਾਹੀਦੇ। ਉਹਦੇ ਲਈ ਦਸੰਬਰ 2003 ਦੇ ਵਿੱਚ ਸੰਵਿਧਾਨ 'ਚ ਕਿੰਨਵੀਂ ਸੋਧ ਹੋਈ ਸੀ? 91ਵੀਂ ਸੋਧ ਹੋਈ ਸੀ 2003 ਦੇ ਵਿੱਚ। ਉਹਦੇ 'ਚ ਭਾਰਤ ਦੇ ਵਿੱਚ ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਕੀਤਾ ਕਿ ਕੇਂਦਰ 'ਚ ਲੋਕ ਸਭਾ ਅਤੇ ਵੱਖ-ਵੱਖ ਰਾਜਾਂ 'ਚ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੇ 15% ਤੋਂ ਵੱਧ ਨਹੀਂ ਹੋਊਗਾ। ਅਰਥਾਤ ਜਿਹੜੇ ਮੰਤਰੀ ਪ੍ਰੀਸ਼ਦ ਦੇ ਮੈਂਬਰ ਹੋਣਗੇ ਉਹ ਕੇਂਦਰ ਸਰਕਾਰ ਦੀ ਗੱਲ ਹੈ ਤਾਂ ਲੋਕ ਸਭਾ ਜਿਹੜਾ ਸਦਨ ਹੈ, ਲੋਕ ਸਭਾ ਦੇ ਕੁੱਲ ਮੈਂਬਰ ਲੈਣੇ ਹੈ, ਅਤੇ ਜੇਕਰ ਰਾਜ ਦੀ ਗੱਲ ਹੈ, ਰਾਜਾਂ ਦੀ ਗੱਲ ਹੈ ਤਾਂ ਰਾਜ ਵਿਧਾਨ ਸਭਾ ਦੇ ਮੈਂਬਰ ਲੈਣੇ ਹੈ। ਉਹਨਾਂ ਦੇ ਜਿਹੜੇ ਕੁੱਲ ਮੈਂਬਰ ਹੈ ਉਹਨਾਂ ਦੇ 15% ਦੇ ਬਰਾਬਰ ਜਾਂ ਘੱਟ ਹੋ ਸਕਦੇ ਆ, ਵੱਧ ਨਹੀਂ ਹੋ ਸਕਦੇ ਗੇ। ਕੁੱਲ ਮੈਂਬਰਾਂ ਦਾ 15% ਤੋਂ ਵੱਧ ਨਹੀਂ ਹੋ ਸਕਦੇ ਗੇ। ਕੇਂਦਰ 'ਚ ਲੋਕ ਸਭਾ, ਰਾਜਾਂ 'ਚ ਰਾਜ ਵਿਧਾਨ ਸਭਾ। ਸੋ ਉਦਾਹਰਨ ਵਜੋਂ ਆਪਣੇ ਕੇਂਦਰ 'ਚ ਕੀ ਹੈ, 545 ਮੈਂਬਰ ਹੈ ਤਾਂ 543 ਚੁਣੇ ਹੋਏ ਆ, 2 ਜਿਹੜੇ ਨੇ ਨੋਮੀਨੇਟਡ ਹੁੰਦੇ ਸੀਗੇ, ਤਾਂ ਕੁੱਲ 545 ਸੀ, ਤਾਂ ਘੱਟੋ ਘੱਟ 15% ਉਹਦਾ 82 ਹੈ, ਤਾਂ 82 ਤੋਂ ਵੱਧ ਮੰਤਰੀ ਹੁਣ ਜਿਹੜੇ ਆ ਉਹ ਨਹੀਂ ਹੋ ਸਕਣਗੇ। ਇਸੇ ਤਰ੍ਹਾਂ ਰਾਜਾਂ 'ਚ ਹਰੇਕ ਰਾਜ ਦੀ ਜਿਹੜੀ ਵਿਧਾਨ ਸਭਾ ਹੈ, ਰਾਜ ਵਿਧਾਨ ਸਭਾ ਹੈ, ਉਹਦੇ 'ਚ ਜਿੰਨੇ ਵੀ ਕੁੱਲ ਮੈਂਬਰ ਹੈ ਉਹਨਾਂ ਮੈਂਬਰਾਂ ਦੇ 15% ਤੋਂ ਵੱਧ ਨਹੀਂ ਹੋ ਸਕਦੇ। ਪਰ ਨਾਲ ਹੀ ਇੱਕ ਗੱਲ ਹੈ ਕਿ ਜਿਹੜੇ ਛੋਟੇ ਰਾਜ ਹੈ ਉਹਨਾਂ 'ਚ ਤਾਂ ਕਿਸੇ 'ਚ ਗਿਣਤੀ ਜਿਵੇਂ ਮੰਨ ਲਓ 25 ਹੈ ਜਾਂ 30 ਹੈ, ਉਹਦਾ ਤਾਂ 15% ਬਹੁਤ ਘੱਟ ਬਣੂਗਾ। ਉਹਨਾਂ ਜਿਹੜਾ ਹੈਗਾ ਰਾਜ ਦਾ ਆਕਾਰ ਛੋਟਾ ਹੈ ਤਾਂ ਉਹਦੇ 'ਚ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ 12 ਨਿਸ਼ਚਿਤ ਕੀਤੀ ਗਈ ਕਿ ਭਾਵੇਂ 15% ਤੋਂ ਵੱਧ ਵੀ ਹੋ ਜਾਣ ਪਰ 12 ਹੋ ਸਕਦੇ ਆ, ਘੱਟੋ ਘੱਟ 12 ਬਣਾਏ ਜਾ ਸਕਦੇ ਆ। ਇਸ ਤੋਂ ਬਾਅਦ ਘੱਟ ਗਿਣਤੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇਣ ਦੀ ਪਰੰਪਰਾ। ਅਸੀਂ ਜਾਣਦੇ ਹਾਂ ਕਿ ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਵਿਧਾਨ ਮੰਡਲ ਦੇ ਹੇਠਲੇ ਸਦਨ ਵਿੱਚ ਜਿਸ ਵੀ ਦਲ ਜਾਂ ਗੱਠਜੋੜ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਸੰਸਦੀ ਪ੍ਰਣਾਲੀ 'ਚ ਸਰਕਾਰ ਬਣਾਉਣ ਦਾ ਮੌਕਾ ਕਿਹਨੂੰ ਦਿੱਤਾ ਜਾਂਦਾ ਹੈ? ਹੇਠਲਾ ਸਦਨ। ਕੇਂਦਰ ਸਰਕਾਰ ਦਾ ਹੇਠਲਾ ਸਦਨ ਕਿਹੜਾ ਹੈ? ਲੋਕ ਸਭਾ। ਰਾਜਾਂ ਦਾ ਕਿਹੜਾ ਹੈ? ਰਾਜ ਵਿਧਾਨ ਸਭਾ। ਉਹਨਾਂ ਦਾ ਜਿਹੜਾ ਹੇਠਲਾ ਸਦਨ ਹੈ ਉਹਦੇ 'ਚ ਕਿਹੜੇ ਰਾਜਨੀਤਿਕ ਦਲ ਨੂੰ, ਜਾਂ ਜੇ ਕੋਈ ਰਾਜਨੀਤਿਕ ਦਲ ਮਿਲ ਕੇ ਚੋਣ ਲੜ ਰਿਹਾ ਗੱਠਜੋੜ ਕਰਕੇ, ਕਈ 2 ਰਾਜਨੀਤਿਕ ਦਲ ਮਿਲ ਜਾਂਦੇ ਜਾਂ 3 ਰਾਜਨੀਤਿਕ ਦਲ ਜਾਂ ਜ਼ਿਆਦਾ ਰਾਜਨੀਤਿਕ ਦਲ ਵੀ ਮਿਲ ਕੇ ਗੱਠਜੋੜ ਬਣਾ ਲੈਂਦੇ ਆ। ਜਿਵੇਂ ਭਾਰਤ ਦੇ ਵਿੱਚ ਹੀ ਜਿਹੜਾ ਗੱਠਜੋੜ ਬਣਾਏ ਹੋਏ ਨੇ, NDA ਹੈ, UPA ਹੈ, 2 ਬਣੇ ਹੋਏ ਆ, ਕਾਂਗਰਸ ਦਾ, NDA BJP ਦਾ, ਜਿਹੜਾ UPA ਹੈ ਉਹ ਕਾਂਗਰਸ ਦਾ। ਤਾਂ ਗੱਠਜੋੜ ਦੇ ਕਈ ਪਾਰਟੀਆਂ ਨੇ ਮਿਲ ਕੇ ਆਪਸ ਚੋਣ ਲੜਦੇ ਆ, ਤਾਂ ਭਾਵੇਂ ਗੱਠਜੋੜ ਹੈ ਭਾਵੇਂ ਰਾਜਨੀਤਿਕ ਦਲ ਹੈ, ਜਿਹਨੂੰ ਹੇਠਲੇ ਸਦਨ ਦੇ ਵਿੱਚ ਜ਼ਿਆਦਾ ਸੀਟਾਂ ਪ੍ਰਾਪਤ ਹੈ ਉਸ ਨੂੰ ਜਿਹੜਾ ਹੈਗਾ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਪਰੰਤੂ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਮਿਲੀਆਂ ਜੁਲੀਆਂ ਸਰਕਾਰਾਂ ਦਾ ਦੌਰ ਆਰੰਭ ਹੋਣ ਤੋਂ ਪਿੱਛੋਂ ਘੱਟ ਗਿਣਤੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਕੀਤੇ ਜਾਣ ਦੀ ਪਰੰਪਰਾ ਦਾ ਆਰੰਭ ਹੋਇਆ ਹੈ। ਅਰਥਾਤ ਉਹਨਾਂ ਨੇ ਪਹਿਲਾਂ ਗੱਠਜੋੜ ਨਹੀਂ ਕੀਤਾ ਗਾ, ਪਹਿਲਾਂ ਅਲੱਗ-ਅਲੱਗ ਚੋਣ ਲੜੇ ਆ, ਪਰ ਬਾਅਦ 'ਚ ਚੋਣਾਂ ਜਿੱਤਣ ਤੋਂ ਬਾਅਦ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਗਾ, ਤਾਂ ਫਿਰ ਇੱਕ ਜਿਹੜਾ ਰਾਜਨੀਤਿਕ ਦਲ ਜਿਹਦੇ ਕੋਲ ਕਾਫੀ ਸੀਟਾਂ ਨੇ ਤਾਂ ਉਹ ਆਪਣੇ ਸੀਟਾਂ ਦੀ ਗਿਣਤੀ ਪੂਰੀ ਕਰਨ ਲਈ, ਬਹੁਮਤ ਸਪਸ਼ਟ ਕਰਨ ਲਈ ਕਿਸੇ ਛੋਟੇ 1 ਜਾਂ 2 ਰਾਜਨੀਤਿਕ ਦਲਾਂ ਤੋਂ ਸਮਰਥਨ ਲੈ ਲੈਂਦਾ, ਜਿਹਨੂੰ ਕਹਿੰਦੇ ਬਾਹਰ ਤੋਂ ਸਮਰਥਨ ਦੇਣ ਦੀ ਵਿਵਸਥਾ। ਤਾਂ ਉਹ ਆਰੰਭ ਹੋ ਗਿਆ। ਤਾਂ ਆਮ ਤੌਰ 'ਤੇ ਬਾਹਰੀ ਸਮਰਥਨ ਨਾਲ ਬਣੀਆਂ ਸਰਕਾਰਾਂ ਅਸਥਿਰ ਹੁੰਦੀਆਂ, ਕਿਉਂਕਿ ਬਾਹਰ ਤੋਂ ਸਮਰਥਨ ਦੇਣ ਨਾਲ ਕੀ ਕਰੂਗਾ, ਜੇਕਰ ਕਿਸੇ ਗੱਲ ਦੇ ਉੱਤੇ ਉਹ ਬਾਹਰੋਂ ਸਮਰਥਨ ਦੇਣਾ ਬੰਦ ਕਰਨ ਦਾ ਕਿਸੇ ਸ਼ਰਤ ਦੇ ਉੱਤੇ ਤਾਂ ਸਰਕਾਰ ਡਿੱਗ ਜਾਂਦੀ ਹੈ। ਸੋ ਕਈ ਵਾਰੀ ਬਾਹਰੋਂ ਸਮਰਥਨ ਦੇਣ ਵਾਲੇ ਦਲ ਸਰਕਾਰ 'ਤੇ ਕਈ ਪ੍ਰਕਾਰ ਦੇ ਉਚਿਤ ਅਤੇ ਅਣਉਚਿਤ ਦਬਾਅ ਪਾਉਂਦੇ ਰਹਿੰਦੇ ਆ,
ਤੇ ਸਰਕਾਰ ਜਿਹੜੀ ਆ ਉਹ ਅਸਥਿਰ ਰਹਿੰਦੀ ਹੈ, ਕਦੋਂ ਮਰਜ਼ੀ ਉਹ ਸਰਕਾਰ ਜਿਹੜੀ ਹੈ ਬਹੁਮਤ ਤੋਂ ਬਾਹਰ ਹੋ ਜਾਂਦੀ ਹੈ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ, ਜਿਹਦੇ ਵਿੱਚ ਅਸੀਂ ਸੰਸਦੀ ਪ੍ਰਣਾਲੀ ਜਿਹੜੀ ਹੈ ਉਹਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ ਹੈ। ਉਮੀਦ ਹੈ ਤੁਹਾਨੂੰ ਸੰਸਦੀ ਪ੍ਰਣਾਲੀ ਤੇ ਭਾਰਤੀ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਕਾਫੀ ਜਾਣਕਾਰੀ ਹਾਸਲ ਹੋਈ ਹੋਵੇਗੀ। ਫਿਰ ਵੀ ਮੈਂ ਤੁਹਾਨੂੰ ਬੇਸਿਕ ਜਿਹੜੇ ਗੱਲਾਂ ਫਿਰ ਤੋਂ ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ ਅਸੀਂ। ਬੇਸਿਕ ਪੁਆਇੰਟ ਜਿਹੜੇ ਪ੍ਰਸ਼ਨ ਬਣਦੇ ਆ, ਦੋ ਤਰ੍ਹਾਂ ਦੀ ਸਰਕਾਰ ਹੁੰਦੀ ਹੈ, ਸੰਸਦੀ ਤੇ ਪ੍ਰਧਾਨਗੀ। ਜਿਹੜੀ ਸੰਸਦੀ ਸਰਕਾਰ ਹੈ ਉਹਦਾ ਜਿਹੜਾ ਫੈਸਲਾ ਕਾਹਦੇ ਆਧਾਰ ਤੇ ਕਰਦੇ ਸੰਸਦੀ ਪ੍ਰਧਾਨਗੀ ਦਾ, ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਸਬੰਧਾਂ ਦੇ ਆਧਾਰ ਤੇ। ਭਾਰਤ ਵਿੱਚ ਸੰਸਦੀ ਸਰਕਾਰ ਹੈ, ਅਮਰੀਕਾ 'ਚ ਪ੍ਰਧਾਨਗੀ ਸਰਕਾਰ ਹੈ। ਜੇਕਰ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਸੰਬੰਧ ਨੇੜੇ ਦੇ ਆ ਸੰਸਦੀ, ਜੇ ਨਹੀਂ ਤਾਂ ਪ੍ਰਧਾਨਗੀ। ਸੋ ਇਸੇ ਤਰੀਕੇ ਨਾਲ ਜਿਹੜੇ ਛੋਟੇ ਪ੍ਰਸ਼ਨ ਨੇ। ਇਸ ਤੋਂ ਇਲਾਵਾ ਜਿਹੜਾ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੰਸਦੀ ਸਰਕਾਰ ਨੂੰ, ਜ਼ਿੰਮੇਵਾਰ ਸਰਕਾਰ, ਮੰਤਰੀ ਮੰਡਲ ਦੀ ਸਰਕਾਰ, ਪ੍ਰਧਾਨ ਮੰਤਰੀ ਦੀ ਸਰਕਾਰ, ਪ੍ਰਧਾਨ ਮੰਤਰੀ ਪ੍ਰਣਾਲੀ ਦੀ ਸਰਕਾਰ ਕਿਹਾ ਜਾਂਦਾ ਹੈ। ਇਹ 'ਚ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ, ਨਾਮਾਤਰ ਤੇ ਵਾਸਤਵਿਕ ਕਾਰਜ ਸਾਧਕ। ਭਾਰਤ 'ਚ ਨਾਮਾਤਰ ਕਾਰਜ ਸਾਧਕ ਮੁਖੀ ਰਾਸ਼ਟਰਪਤੀ ਹੈ ਤੇ ਵਾਸਤਵਿਕ ਕਾਰਜ ਸਾਧਕ ਮੁਖੀ ਪ੍ਰਧਾਨ ਮੰਤਰੀ ਤੇ ਮੰਤਰੀ ਪ੍ਰੀਸ਼ਦ ਹੈ। ਇਸ ਤੋਂ ਬਾਅਦ ਭਾਰਤੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਦੋ ਤਰ੍ਹਾਂ ਦੀ ਮੰਤਰੀ ਪ੍ਰੀਸ਼ਦ ਹੁੰਦੀ ਹੈ। ਮੰਤਰੀ ਪ੍ਰੀਸ਼ਦ ਦੀ ਅਗਵਾਈ ਕੌਣ ਕਰੂਗਾ? ਪ੍ਰਧਾਨ ਮੰਤਰੀ ਅਗਵਾਈ ਕਰੂਗਾ। ਔਰ ਰਾਸ਼ਟਰਪਤੀ ਨੂੰ 74ਵੀਂ ਸੋਧ ਰਾਹੀਂ ਇਹ ਗੱਲ ਕਲੀਅਰ ਕਰਤੀ ਕਿ ਰਾਸ਼ਟਰਪਤੀ ਨੂੰ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਪਵੇਗਾ। ਇਸ ਤੋਂ ਬਾਅਦ ਕਾਰਜਪਾਲਿਕਾ ਤੇ ਵਿਧਾਨਪਾਲਿਕਾ 'ਚ ਗੂੜੇ ਸੰਬੰਧ ਹੁੰਦੇ ਆ। ਕਾਰਜਪਾਲਿਕਾ ਦੇ ਮੈਂਬਰ ਜਿਹੜੇ ਆ ਵਿਧਾਨਪਾਲਿਕਾ ਦੇ ਵੀ ਮੈਂਬਰ ਹੁੰਦੇ ਆ। ਕਾਰਜਪਾਲਿਕਾ ਦੇ ਉੱਤੇ ਵਿਧਾਨਪਾਲਿਕਾ ਦਾ ਕੰਟਰੋਲ ਹੁੰਦਾ ਹੈ। ਹੁਣ ਜਦੋਂ ਮਰਜ਼ੀ ਉਹਦੇ ਖਿਲਾਫ ਨਿੰਦਾ ਦਾ ਪ੍ਰਸਤਾਵ ਜਾਂ ਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਸਨੂੰ ਉਹਦੇ ਤੋਂ ਵੱਖ ਕੀਤਾ ਜਾ ਸਕਦਾ ਹੈ। ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ। ਸਮੂਹਿਕ ਜ਼ਿੰਮੇਵਾਰੀ ਦੇ ਵਿੱਚ ਵਿਧਾਨਪਾਲਿਕਾ ਕਿਸੇ ਮੰਤਰੀ ਦੇ ਵਿਸ਼ਵਾਸ ਜਾਂ ਨਿੰਦਾ ਪ੍ਰਸਤਾਵ ਪਾਸ ਕਰਦੇ ਪੂਰੀ ਦੀ ਪੂਰੀ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪਏਗਾ। ਵਿਅਕਤੀਗਤ ਜ਼ਿੰਮੇਵਾਰੀ ਦੇ ਵਿੱਚ ਪ੍ਰਧਾਨ ਮੰਤਰੀ ਕਿਸੇ ਮੰਤਰੀ ਤੋਂ ਅਸਤੀਫਾ ਲੈ ਸਕਦਾ ਹੈ। ਮੰਤਰੀ ਪ੍ਰੀਸ਼ਦ ਅਤੇ ਵਿਧਾਨਪਾਲਿਕਾ ਦੋਵਾਂ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਗੀ। ਰਾਜਨੀਤਿਕ ਇਕਰੂਪਤਾ ਹੁੰਦੀ ਹੈ। ਜ਼ਿਆਦਾਤਰ ਸੰਸਦੀ ਪ੍ਰਣਾਲੀ ਦੇ ਵਿੱਚ ਗੁਪਤਤਾ ਦੀ ਸਹੁੰ ਚੁਕਾਈ ਜਾਂਦੀ ਹੈ। ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ। 1977 'ਚ ਕਾਨੂੰਨ ਪਾਸ ਕੀਤਾ ਸੀ ਕਿ ਜਿਹੜਾ ਵੀ ਵਿਰੋਧੀ ਦਲ ਹੈ ਉਹਦੇ ਮੁਖੀ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਹੀ ਤਨਖਾਹ ਤੇ ਭੱਤੇ ਮਿਲਣਗੇ, ਪਰ ਨਾਲ ਹੀ ਜ਼ਰੂਰੀ ਹੈ ਕਿ 1/10 ਹਿੱਸਾ ਉਹਨਾਂ ਕੋਲ ਹੋਣਾ ਚਾਹੀਦਾ ਹੈ। ਤੇ 16ਵੀਂ ਤੇ 17ਵੀਂ ਦੋਵਾਂ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਵਿਰੋਧੀ ਦਲ ਹੈ, ਪਰ ਉਹਨਾਂ ਨੂੰ ਕਾਨੂੰਨੀ ਤੌਰ ਤੇ ਵਿਰੋਧੀ ਦਲ ਦੀ ਮਾਨਤਾ ਪ੍ਰਾਪਤ ਨਹੀਂ ਹੈ, ਕਿਉਂਕਿ ਉਹਨਾਂ ਕੋਲ 1/10 ਸੀਟਾਂ ਤੋਂ ਜਿਹੜੀਆਂ ਘੱਟ ਸੀਟਾਂ ਉਹਨਾਂ ਕੋਲ ਹੈਗੀਆਂ। ਦਸੰਬਰ 2003 ਦੇ ਵਿੱਚ ਮੰਤਰੀ ਪ੍ਰੀਸ਼ਦ ਦਾ ਆਕਾਰ ਜਿਹੜਾ ਹੈਗਾ ਉਹ ਨਿਸ਼ਚਿਤ ਕਰ ਦਿੱਤਾ ਗਿਆ ਹੈ ਕਿ 15% ਕੁੱਲ ਲੋਕ ਸਭਾ ਦੇ ਤੇ ਰਾਜ ਵਿਧਾਨ ਮੰਡਲਾਂ ਦੇ ਕੁੱਲ ਜਿਹੜੇ ਹੈਗੇ ਆ 15% ਤੋਂ ਵੱਧ ਮੰਤਰੀ ਨਿਸ਼ਚਿਤ ਨਹੀਂ ਕੀਤੇ ਜਾ ਸਕਦੇ। ਮੰਤਰੀ ਪ੍ਰੀਸ਼ਦ ਨਹੀਂ ਬਣਾਈ ਜਾ ਸਕਦੀ ਕਿ 15% ਤੋਂ ਘੱਟ ਹੀ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੰਤਰੀ ਪ੍ਰੀਸ਼ਦ ਦੇ ਵਿੱਚ ਲਿਆ ਜਾ ਸਕਦਾ ਹੈਗਾ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ, ਜਿਹਦੇ ਵਿੱਚ ਅਸੀਂ ਸੰਸਦੀ ਪ੍ਰਣਾਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ ਹੈ। ਸੰਸਦੀ ਪ੍ਰਣਾਲੀ ਦੀ ਪਰਿਭਾਸ਼ਾ, ਸੰਸਦੀ ਪ੍ਰਣਾਲੀ ਦਾ ਅਰਥ ਔਰ ਭਾਰਤੀ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਉਮੀਦ ਹੈ ਇਹ ਤੁਹਾਡਾ ਟੌਪਿਕ ਜਿਹੜਾ ਹੈਗਾ ਤੁਹਾਡਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੋਵੇਗਾ। ਫਿਰ ਵੀ ਜੇਕਰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਮੈਂ ਉਸ ਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ, ਸ਼ੁਕਰੀਆ।